नाहे न निर्मल करनी, साध संगत कै अंचल लावो। बिखम नदी जाय तरनी, ज्ञान ध्यान किछ कर्म न जाना। सार न जाना तेरी, सब ते वड्डा सतगुर नानक। जिन कल राखी मेरी, एक ओंकार सतनाम करता पुरख। निरभौ निर्वैर अकाल मूरत, अजूनी सैभं गुर प्रसाद। सूही महला पहला घर दूजा, अंतर वसै ना बाहर जाए। अमृत छोड़ काहे बिख खाए। ऐसा ज्ञान जपो मन मेरे, होवो चाकर साचे के रे। ऐसा ज्ञान जपो मन मेरे, होवो चाकर साचे के रे। ज्ञान ध्यान सब कोई रवै, बांधन बांधिया सब जग भवै। सेवा करे सोचा कर होए, जल थल महियल रव रहया सोए। हम नहीं चंगे बुरा नहीं कोई, प्रणवत नानक तारे सोए। हम नहीं चंगे बुरा नहीं कोई, प्रणवत नानक तारे सोए। परम सन्मान योग धन धन शब्द गुरु श्री गुरु ग्रंथ साहिब जी की पावन गोद विच जुड़ बैठी गुरु प्यारी साध संगत जीओ। सिख धर्म के बानी धन गुरु नानक साहिब सच्चे पातशाह महाराज तिन्हां दी रसना तो उचारण किया होया पावन शब्द, जिसका आपां हुणे पाठ श्रवण किया है। ये पावन शब्द राग सूही विच गुरु ग्रंथ साहिब जी के पावन अंक 728 के उपर सुभाईमान है। गुरुदेव जी के अमोलक वचन, सिक्ख्यादायक वचन
ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ। ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਪਿਆਰ ਨਾਲ ਇੱਕ ਵਾਰ ਸ਼ਬਦ ਦੀਆਂ ਇਹਨਾਂ ਤੁਕਾਂ ਦਾ ਰਲ ਕੇ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਬੜੇ ਪਿਆਰ ਨਾਲ ਸਾਰੀ ਸੰਗਤ ਹਾਜ਼ਰੀ ਲਵਾਓ, ਕੋਈ ਰਸਨਾ ਵਾਂਝੀ ਨਾ ਰਹੇ। ਐਸਾ ਗਿਆਨ ਜਪੋ ਮਨ ਮੇਰੇ, 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 ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਅੰਤਰ ਵਸੈ ਨ ਬਾਹਰ ਜਾਏ, ਅੰਤਰ ਵਸੈ ਨ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਐਸਾ ਗਿਆਨ ਜਪੋ ਮਨ ਮੇਰੇ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ, ਹੋਵੋ ਚਾਕਰ ਸਾਚੇ ਕੇਰੇ, ਗਿਆਨ ਧਿਆਨ ਸਭ ਕੋਈ ਰਵੈ, ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਭਵੈ, ਬਾਂਧਨ ਬਾਂਧਿਆ ਸਭ ਜਗ ਭਵੈ, ਸੇਵਾ ਕਰੇ ਸੋ ਚਾਕਰ ਹੋਏ, ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਲ ਰਵ ਰਹਿਆ ਸੋਏ, ਜਲ ਥਲ ਮਹੀਲ ਰਵ ਰਹਿਆ ਸੋਏ, हम नहीं चंगे बुरा नहीं कोई, हम नहीं चंगे बुरा नहीं कोई, प्रणवत नानक तारे सोए, प्रणवत नानक तारे सोए, प्रणवत नानक तारे सोए, प्रणवत नानक तारे सोए, ऐसा ज्ञान जपो मन मेरे, ऐसा ज्ञान जपो मन मेरे, होवो चाकर साचे केरे, होवो चाकर साचे केरे, सतगुरु जी ने इस पावन शब्द द्वारा जो मानवता नूं उपदेश दिता है, गुरु नानक साहब महाराज जी तिन्हां दी मिठी अते प्यारी याद, उन्हां दे पावन उपदेश, उन्हां दीआं पावन सिक्ख्यावां
ਸਾਡਾ ਫਰਜ਼ ਬਣਦਾ ਹੈ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਸਮਝਣਾ। ਤਾਂ ਹੀ ਸਾਡੇ ਦਿਨ ਮਨਾਏ, ਸਾਡਾ ਗੁਰਦੁਆਰੇ ਆਇਆ, ਸਾਡੀਆਂ ਸੇਵਾਵਾਂ ਕੀਤੀਆਂ ਤਾਂ ਸਫਲ ਨੇ ਜੀ ਅਸੀਂ ਆਪਣੇ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝਣ ਦਾ ਯਤਨ ਕਰੀਏ। ਸਿੱਖਿਆਵਾਂ ਨੂੰ ਸਮਝ ਕੇ, ਉਹਨਾਂ ਦੇ ਉਪਦੇਸ਼ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਜਦੋਂ ਲਾਗੂ ਕਰਨਾ ਹੈ ਉਦੋਂ ਲੜਨਾ ਪੈਣਾ ਹੈ ਆਪਣੇ ਆਪ ਨਾਲ, ਕਿਉਂਕਿ ਮਨ ਨੇ ਕੁਝ ਹੋਰ ਕਹਿਣਾ ਹੈ ਤੇ ਗੁਰੂ ਦੀ ਸਿੱਖਿਆ ਨੇ ਕੁਝ, ਉੱਚੀ ਬੋਲੋ, ਹੋਰ ਕਹਿਣਾ। ਇੱਥੇ ਜੰਗ ਹੋਣੀ ਹੈ। ਜਦੋਂ ਗੁਰਮਤਿ ਦੀ ਸਮਝ ਆਉਣੀ ਹੈ ਉਦੋਂ ਇੱਕ ਟਕਰਾਅ ਹੋਣਾ ਹੈ। ਉਹ ਟਕਰਾਅ ਇਹ ਹੋਣਾ ਵੀ ਮਨ ਕੁਝ ਹੋਰ ਕਹਿ ਰਿਹਾ ਹੈ ਤੇ ਗੁਰੂ ਦੀ ਸਿੱਖਿਆ ਕੁਝ ਹੋਰ ਕਹਿ ਰਹੀ ਹੈ। ਇਸੇ ਨੂੰ ਬਾਣੀ ਨੇ ਆਖਿਆ ਸੀ, ਜੋ ਜਨ ਲੂਝੇ ਮਨੇ ਸਿਉ। ਸੂਰਮਾ ਬਾਣੀ ਚ ਆਖਿਆ ਉਹਨੂੰ ਜਿਹੜਾ ਆਪਣੇ ਮਨ ਨਾਲ ਲੜਦਾ ਹੈ, ਉਹ ਵੱਡਾ ਸੂਰਮਾ ਹੈ। ਜਦੋਂ ਸਤਿਗੁਰ ਦੀ ਬਾਣੀ ਦਾ ਉਪਦੇਸ਼ ਪੜ੍ਹੀਏ ਤੇ ਗੁਰਦੇਵ ਜੀ ਇਹ ਬਾਣੀ ਵਿੱਚ ਜਦੋਂ ਸਾਨੂੰ ਦੱਸਦੇ ਨੇ, ਸੂਰਾ ਸੋ ਪਹਿਚਾਨੀਏ। ਇੱਕ ਸੂਰਮਾ ਉਹ ਹੈ ਜਿਹੜਾ ਕਿਸੇ ਮਜ਼ਲੂਮ ਵਾਸਤੇ ਮੋਹਰੀ ਕਤਾਰ ਚ ਹੋ ਕੇ ਅੱਗੇ ਲੜਦਾ ਹੈ। ਉਹ ਵੀ ਸੂਰਮਿਆਂ ਨਾਲੋਂ ਘੱਟ ਨਹੀਂ, ਉਹ ਸੂਰਮਾ ਹੈ। ਸੂਰਾ ਸੋ ਪਹਿਚਾਨੀਏ। ਕਿਹੜਾ? ਜੋ ਲੜੈ ਦੀਨ ਕਹੇ। ਉੱਥੇ ਦੀਨ ਦੇ ਨੰਨੇ ਨੂੰ ਕੋਈ ਮਾਤਰਾ ਨਹੀਂ ਲੱਗੀ। ਤੁਹਾਡੇ ਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਨੂੰ ਪਤਾ ਹੋਏਗਾ, ਉੱਥੇ ਦੀਨ ਦਾ ਅਰਥ ਹੈ ਮਜ਼ਲੂਮ। ਦੀਨ ਸ਼ਬਦ ਗੁਰਬਾਣੀ ਚ ਜਦੋਂ ਨੰਨੇ ਨੂੰ ਔਂਕੜ ਆਉਂਦਾ ਉਹਦਾ ਅਰਥ ਧਰਮ ਹੈ। ਜਦੋਂ ਨੰਨੇ ਨੂੰ ਕੋਈ ਮਾਤਰਾ ਨਹੀਂ ਲੱਗੀ ਉਹਦਾ ਅਰਥ ਮਜ਼ਲੂਮ ਹੈ। ਜਿਵੇਂ ਬਾਣੀ ਚ ਆਉਂਦਾ ਦੀਨ ਦਇਆਲ ਭਰੋਸਾ ਤੇਰਾ, ਉੱਥੇ ਵੀ ਦੀਨ ਦੇ ਨੰਨੇ ਨੂੰ ਕੋਈ ਮਾਤਰਾ ਨਹੀਂ ਲੱਗੀ। ਜਦੋਂ ਆਉਂਦਾ ਹੈ ਦੀਨ ਗਵਾਇਆ ਦੁਨੀ ਸਿਓ, ਉੱਥੇ ਦੀਨ ਦੇ ਨੰਨੇ ਨੂੰ ਔਂਕੜ ਲੱਗਾ, ਉੱਥੇ ਦੀਨ ਦਾ ਅਰਥ ਹੈ ਧਰਮ। ਜਿਵੇਂ ਆਪਾਂ ਕਹਿੰਦੇ ਐਸ ਬੰਦੇ ਦਾ ਕੋਈ ਦੀਨ ਨਹੀਂ ਹੈਗਾ, ਉਹਦਾ ਅਰਥ ਧਰਮ ਹੈ। ਤੇ ਦੀਨ ਦਾ ਅਰਥ ਮਜ਼ਲੂਮ ਵੀ ਹੁੰਦਾ ਹੈ। ਫਰਕ ਸਿਰਫ ਇੱਕ ਔਂਕੜ ਦਾ ਹੈ। ਜਿਹੜੇ ਇਹ ਕਹਿੰਦੇ ਵੀ ਬਾਣੀ 'ਚ ਕੋਈ ਵਿਆਕਰਨ ਨਹੀਂ, ਉਹਨਾਂ ਨੂੰ ਬਾਣੀ ਸਮਝਣ ਦੀ, ਬੋਲੋ ਸਾਰੇ, ਲੋੜ ਹੈ। ਗੁਰਬਾਣੀ ਵਿੱਚ ਲੱਗੀ ਹੋਈ ਸਿਹਾਰੀ, ਗੁਰਬਾਣੀ ਵਿੱਚ ਲੱਗੀ ਹੋਈ ਬਿਹਾਰੀ, ਗੁਰਬਾਣੀ ਵਿੱਚ ਲੱਗੀਆਂ ਹੋਈਆਂ ਦੁਲਾਵਾਂ, ਗੁਰਬਾਣੀ 'ਚ ਲੱਗਾ ਹੋਇਆ ਔਂਕੜ, ਉਹ ਵੀ ਕੋਈ ਅਰਥ ਰੱਖਦਾ ਹੈ। ਐਦਾਂ ਨਹੀਂ ਵੀ ਮਹਾਰਾਜ ਲਿਖ ਗਏ ਨੇ। ਹੁਣ ਤੁਹਾਡੇ ਸਾਹਮਣੇ ਇੱਕ ਮਿਸਾਲ ਦੇਣ ਲੱਗਾ। ਤੁਸੀਂ ਰੋਜ਼ ਬਾਣੀ ਪੜ੍ਹਨ ਵਾਲੇ ਘਰਾਂ 'ਚ ਬੈਠੇ ਸੁਣਦੇ ਹੋਗੇ, ਧਿਆਨ ਨਾਲ ਸੁਣੋ। ਗੁਰਾ ਜਪਜੀ ਸਾਹਿਬ ਦਾ ਪਾਠ ਹੈ। ਗੁਰਾ ਇੱਕ ਦੇ, ਸਾਰੇ ਬੋਲੋ ਜੀ, ਗੁਰਾ ਇੱਕ ਦੇ ਬੁਝਾਈ। ਜਾ ਕੇ ਚੈੱਕ ਕਰਿਓ ਆਪਣੇ ਘਰਾਂ 'ਚ ਗੁਟਕਿਆਂ ਤੇ ਪੋਥੀਆਂ ਤੇ। ਅੱਜ ਕੱਲ੍ਹ ਤੇ ਮੋਬਾਈਲ ਹੈਗੇ, ਨਾਲੋਂ ਨਾਲ ਵੀ ਬੰਦਾ ਵੇਖ ਸਕਦਾ। ਉੱਥੇ ਇੱਕ ਦੇ ਕੱਕੇ ਨੂੰ ਕੋਈ ਮਾਤਰਾ ਨਹੀਂ ਲੱਗੀ। ਈੜੀ ਨੂੰ ਸਿਹਾਰੀ ਹੈ ਤੇ ਕੱਕਾ ਉਦਾਂ ਹੀ ਹੈ। ਅੱਗੇ ਜਾ ਕੇ ਆ ਗਿਆ ਸਭਨਾ ਜੀਆਂ ਕਾ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਹੈ। ਹੁਣ ਇੱਕ ਜਗ੍ਹਾ ਔਂਕੜ ਲਿਖ ਰਹੇ ਨੇ, ਇੱਕ ਜਗ੍ਹਾ ਮਹਾਰਾਜ ਔਂਕੜ ਲਿਖ ਹੀ ਨਹੀਂ ਰਹੇ, ਪਰ ਪੜ੍ਹਿਆ ਆਪਾਂ ਦੋਵਾਂ ਨੂੰ ਇੱਕ ਹੀ ਹੈ। ਜਿਹੜੇ ਦੋਵੇਂ ਇੱਕ ਸ਼ਬਦ ਹੈ, ਇਹਨਾਂ ਦੇ ਅਰਥ ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜੇ ਇੱਕ ਦੇ ਕੱਕੇ ਨੂੰ ਔਂਕੜ ਨਹੀਂ ਲੱਗਾ, ਉਹ ਇਸਤਰੀ ਲਿੰਗ ਸ਼ਬਦ ਹੈ। ਉਹਦਾ ਅਰਥ ਹੈ ਸਮਝ। ਮੈਨੂੰ ਇੱਕ ਸਮਝ ਦੇ ਦੇ, ਸਭ ਮੈਨੂੰ ਸਮਝ ਦੇ ਦੇ। ਗੁਰਾ ਇੱਕ ਦੇ, ਮੈਨੂੰ ਇੱਕ ਗੱਲ ਬੁਝਾ ਦਿਓ, ਮੈਨੂੰ ਇੱਕ ਗੱਲ ਸਮਝਾ ਦਿਓ। ਕਿਹੜੀ? ਸਭਨਾ ਜੀਆਂ ਕਾ। ਇੱਕ ਦੇ ਕੱਕੇ ਨੂੰ ਔਂਕੜ ਲੱਗਾ, ਇੱਕ ਵਚਨ ਪੁਲਿੰਗ ਹੈ ਵੀ ਦਾਤਾ ਇੱਕੋ ਹੀ ਹੈ। ਹੁਣ ਜੇ ਇੱਥੇ ਔਂਕੜ ਨਾ ਲਿਖਦੇ ਤੇ ਗੱਲ ਕਲੀਅਰ ਕਿੱਦਾਂ ਹੋਣੀ ਸੀ? ਉਹ ਔਂਕੜ ਇੱਕ ਵਚਨ ਪੁਲਿੰਗ ਹੈ, ਯਾਨੀ ਕਿ ਇੱਕ ਦਾਤ ਦੀ ਗੱਲ ਹੈ। ਕਿਉਂਕਿ ਭਿਖਾਰੀ ਸਾਰਾ ਜਗਤ ਹੋ ਸਕਦਾ ਹੈ, ਦਾਤਾ ਦੁਨੀਆ ਤੇ ਉਹ। ਬੋਲੋ ਭਾਈ। ਹੁਣ ਇਹ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਅਸੀਂ ਰੋਜ਼ਾਨਾ ਕਰਦੇ ਹਾਂ। ਜਪ ਬਾਣੀ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੈ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸੰਕੇਤ ਰੱਖਿਆ ਵੀ ਐਦਾਂ ਜਦੋਂ ਅਸੀਂ ਬਾਣੀ ਨੂੰ ਸਮਝਾਂਗੇ ਧਿਆਨ ਨਾਲ, ਕਿਉਂਕਿ ਅਸੀਂ ਬਾਣੀ ਸਮਝੀ ਨਹੀਂ। ਅਸੀਂ ਤਾਂ ਸੋਹਣਾ ਰਮਾਲਾ ਲਿਆ ਕੇ ਭੇਟ ਕੀਤਾ ਹੈ, ਪਰਿਕਰਮਾ ਕੀਤੀਆਂ, ਦੇਗ ਲਈ ਤੇ ਦਬ ਦਬ ਗੁਰਦੁਆਰੇ ਚਲੇ ਗਏ। ਸਿੱਖਣ ਦੀ ਕੋਸ਼ਿਸ਼ ਕੀਤੀ? ਦੱਸ ਦੇ। ਜਿੰਨਾ ਜ਼ੋਰ ਅਸੀਂ ਬਾਹਰ ਲਾਉਨੇ ਆ, ਕਾਸ਼ ਕਿਤੇ ਅੰਦਰ ਦੀਵਾ ਜਗਾਇਆ ਹੁੰਦਾ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਹੁਣ ਗੱਲ ਕਰ ਰਹੇ ਸੀ ਆਪਾਂ ਜੰਗ ਦੀ, ਬਾਣੀਆਂ ਦੀ। ਸੂਰਾ ਸੋ
सूरा सो वो भी एक सूरमा है। केड़ा हुण ये तो पहला सलोक है, गगन दमामा बाजियो परे निशाने घाओ, खेत जो मांडियो सूरमा अब जूझन को दाओ। एक सूरमा जिहड़ा किसी मजलूम वास्ते अगे होके लड़दा है, ते बाणी आंदी वो भी सूरमा जिहड़ा अपने आप नाल लड़दा है। अज असीं अपने आप नाल लड़ना, उच्ची बोलो, ते सारा जोर लड़न ते दूजियां ते लाता। इदां हो रहा वो, बोलो प्यारे। मन कहंदा भरा तेरा हक खाई जांदा ई, मन कहंदा ओहदे नाल ठगी मार, दूजियां नाल ठगियां मारी जाने आ, मन नाल लड़दे नहीं भी इदां नहीं करना। ਜਿਹੜੇ एक दूजे के कपड़े पा के जवान होए आ, भरा नाल ठगी नहीं मारनी, असीं भरा नाल लड़ पैंदे आ, मन नाल ताइयों बखेड़े खड़े हो गए, ताइयों कोठियां वड्डियां वड्डियां पै गईयां, बंदा डिप्रैशन का शिकार। गुरु साहब जी कहते ने जो जन लूजै मने स्यों, ਜਿਹੜੇ ਆਪਣੇ ਮਨ, ਹੁਣ ਮਨ ਨਾਲ ਜੰਗ ਕਰਨੀ ਕੀ ਹੁੰਦੀ ਹੈ, ਸੁਣਿਓ ਹੁਣ ਧਿਆਨ ਨਾਲ। ਮੰਨ ਲਓ ਇੱਕ ਬੰਦਾ ਸਵੇਰੇ ਸ਼ੂਗਰ ਚੈੱਕ ਕਰਾਈ ਡਾਕਟਰ ਕੋਲ, ਡਾਕਟਰ ਕਹਿੰਦਾ ਵੀ ਤੇਰੀ ਕਾਫੀ ਵਧੀ ਹੋਈ ਹੈ, ਮਿੱਠਾ ਨਾ ਖਾਇਆ ਕਰ। ਉਹਦੇ ਸਾਹਮਣੇ ਜਲੇਬ ਪਏ ਨੇ, ਬਰਫੀ ਪਈ ਹੈ, ਮਨ ਕਹਿੰਦਾ ਖਾ ਲਾ। ਉੱਚੀ ਬੋਲੋ ਜੀ। ਮਨ ਕਹਿੰਦਾ, ਮੈਂ ਤੁਹਾਨੂੰ ਸੌਖੀ ਐਗਜ਼ਾਮਪਲ ਦੇ ਕੇ ਸਮਝਾਉਣਾ। ਮਨ ਕਹਿੰਦਾ ਤੇ ਸਰੀਰ ਨੂੰ ਇਹ ਮਿੱਠਾ ਫਿੱਟ ਨਹੀਂ ਨਾ, ਮਾਫਕ ਨਹੀਂ ਨਾ ਹੈਗਾ। अच्छा हुण की फर्ज बनता सी बंदे दा? मन नूं कहंदा मन्ना ना, तेरे आखे मैं, उच्ची बोलो जी, नहीं लगना। कई बार अगला जिद भी करता, प्लेट लैके तुहाडे अगे करदा, खा लो भाई सब्जी, कुछ नहीं हुंदा, इदां कहदे ना। कई बार बंदे प्लेट लैके अगे करन, भाजी कुछ नहीं हुंदा, उहनूं इह कह दिया करो कुछ क्यों नहीं हुंदा, बहुत कुछ हुंदा, तुसीं सिर्फ लोई लैके आउणा साडे घर। ओ बोलो भाई, जे इदां हर बंदे के घर जाके मैं इदां कहां तो वह कहे कुछ नहीं हुंदा, कुछ नहीं हुंदा, कुछ नहीं हुंदा, कुछ नहीं हुंदा, तो शुगर का अटैक हो जाना, तो 15-20 लोइयां पा देनियां मुड़ के रिश्तेदारां ने उत्ते। इहड़ा कुछ नहीं ना हुंदा, बस इन्ने दुनिया नूं बीमार कीता। हुण लड़दा बंदा उत्थे अपने आप नाल। अच्छा, नशा सेहत लई नुकसानदायक है, मन कहंदा कर ला, क्यों साध संगत? कईयां दे गुरदे कईयां दे गुरदे खराब हो गए, पत्नी ने देता गुरदा, ओदी मां ने देता गुरदा, परिवार के किसी मैंबर ने देता, पर नशा पीणों अजे भी नहीं हटदा। बोलो जी, नशा पीणों नहीं हटदा। जे अपने मन नाल लड़िया हुंदा फिर यह नौबत आउणी नहीं सी। जिद्दण बंदे ने अपने आप नाल लड़ना शुरू करता, घरां च लड़ाइयां मुक जाणियां ने। जदों तक अपने आप नाल लड़ना नहीं शुरू करता, उदों तक लड़ाइयां घरां च। जिन्ने मर्जी तांत्रिका को चल जाओ, जिन्ने मर्जी ज्योतिषियां को चल जाओ, जिन्ने मर्जी बाबियां को चल जाओ, जिथे मर्जी दीवे जगा लो, जिद्दों बंदे ने अपने आप नाल लड़ना शुरू कर दिता, माफ करना यह भी बेनती करा, बहुतियां दियां दवाइयां भी छुट जानियां, उदां ही ठीक हो जाना। बंदे नूं बहुता बीमार किहने कीता भला? मन ने। शरीर नूं चीज़ां माफ करी, मन कहता कुछ नहीं हुंदा, खा ला। बीपी वधिया होया, कैस्ट्रोल बनता है, घर च परौंठे बनते होते, कहता कोई गल नहीं, दे दिओ। वो बोलो भाई, असीं रीस करदे हां पुराने बजुर्गां दी, वो जिहड़े छन्ना छन्ना घिओ पी लैंदे सी, उस दिन चढ़दिआं नूं 1 किला पैड़ी वाह लैंदे सी। इत्थे बंदा खा के 2-3 परौंठे ते रजाई च बह जांदा, कहंदा लिआओ मूंगफली। मुड़े घर वाली फोन करती, कहती पता नहीं जी कुछ हो ही जाता इनू, माफ करना साडा सिस्टम तो सारा बिगड़ गया, दस दो ना। बंदे ने तुरना फिरना। पुराने बजुर्ग खुराकां भी खांदे सी ते मेहनत भी करते सी, पच भी जाता सी, हजम भी हुंदा सी। अमीरी वो सी कि असीं कहांगे अमीरी ये है, वो कहणगे काहदी अमीरी है, तुहाडे ते हत्थ बद्धे होए ने सारे, तुसीं आ भी नहीं खा सकदे, आ भी नहीं खाते, वो सब कुछ खांदे सी। वजह की है? अज असीं अपने आप च बीमार हो गए। हुण गुरु नानक साहब महाराज पातशाह कहते ने ऐसा ज्ञान, सवाल आया ऐसा ज्ञान। हुण पुछिए महाराज कैसा ज्ञान? एक क्वेश्चन है, कैसा ज्ञान? ज्ञान तो ज्ञान ही हुंदा है। पानी च लिखिया ऐसा ज्ञान जपो। हुण ज्ञान जपिया जांदा कि ज्ञान लिया जांदा है जी? बोलो, ज्ञान जपिया जांदा कि लिया जांदा है? हुण मां ने धी नूं ज्ञान दिता, इदां आटा गुन्नी, इन्ना पानी पाई, इदां सब्जी बनाई,
ਗਿਆਨ ਦਿੰਦੀ ਹੈ ਨਾ ਮਾਂ, ਦਿੰਦੀ ਹੈ ਨਾ। ਤੇ ਜਦੋਂ ਧੀ 2-3 ਵਾਰ ਉਸ ਗਿਆਨ ਮੁਤਾਬਕ ਸਬਜ਼ੀ ਆਪ ਬਣਾ ਲੈ, ਉਹਨੂੰ ਮੁੜ ਕੇ ਉਹਦੇ ਦਿਮਾਗ 'ਚ ਬਹਿ ਜਾਂਦਾ। ਹੁਣ ਜਿੰਨੀਆਂ ਤੁਸੀਂ ਭੈਣਾਂ ਬੈਠੀਆਂ ਜੇ, ਧਿਆਨ ਨਾਲ ਸੁਣਿਓ, ਗੱਲ ਨੂੰ ਛੇਤੀ ਸਮਝ ਆ ਜਾਣੀ ਹੈ। ਤੁਹਾਡੇ ਘਰ 'ਚ ਮਹਿਮਾਨ ਆਉਣ ਵਾਲਾ ਹੋਵੇ, ਤੁਸੀਂ ਬਹਿ ਕੇ ਸਲਾਹ ਕੀਤੀ ਵੀ ਅੱਜ ਆਪਾਂ ਆਹ ਚੀਜ਼ਾਂ ਬਣਾਉਣੀਆਂ ਨੇ, ਚੀਜ਼ਾਂ ਬਣਨੀਆਂ ਬਾਅਦ ਵਿੱਚ ਨੇ, ਦਿਮਾਗ 'ਚ ਪਹਿਲਾਂ ਬਣ ਗਈਆਂ ਨੇ। ਜੋ ਵੀ ਬਣਾਉਣਾ, ਮੰਨ ਲਓ 2 ਸਬਜ਼ੀਆਂ ਬਣਾਉਣੀਆਂ ਨੇ, ਦਿਮਾਗ 'ਚ ਬਣ ਗਈਆਂ ਨੇ ਨਾ ਵੀ ਗਾਜਰਾਂ ਮਟਰ ਬਣਨੀ, ਤੇ ਉਹਦਾ ਗਿਆਨ ਹੈਗਾ ਨਾ ਕਿੱਦਾਂ ਬਣਨਾ, ਵੀ ਗਾਜਰਾਂ ਮਟਰ 'ਚ ਪਿਆਜ਼ ਕਿੰਨੇ ਪੈਣੇ ਨੇ, ਉਹਦਾ ਮਸਾਲਾ ਕਿੰਨਾ ਪੈਣਾ ਹੈ, ਹਲਦੀ ਕਿੰਨੀ ਪੈਣੀ ਹੈ। ਜਿਹਨੂੰ ਬੰਦੇ ਨੂੰ ਟ੍ਰੇਨਿੰਗ ਨਹੀਂ ਹੈਗੀ, ਜਿਸ ਬੀਬੀ ਨੂੰ ਨੌਲੇਜ ਨਹੀਂ ਹੈਗੀ, ਉਹ ਬਣਾ ਸਕਦੀ ਹੈ, ਮਾਫ ਕਰਨਾ। ਹੁਣ ਜਿਸ ਬੀਬੀ ਨੂੰ ਮੱਕੀ ਦੀ ਰੋਟੀ ਦਾ ਗਿਆਨ ਹੈ, ਉਹ ਮੱਕੀ ਦੀ ਰੋਟੀ ਲਾ ਲੇਗੀ। ਹਾਰੀ ਸਾਰੀ ਨੂੰ ਗਿਆਨ ਹੈਗਾ ਜੀ, ਬੋਲ ਕੇ ਦੱਸਿਓ। ਹੁਣ ਜਿਹੜੀਆਂ ਪੁਰਾਣੀਆਂ ਮਾਵਾਂ ਨੂੰ ਤੰਦੂਰ ਤੇ ਰੋਟੀ ਲਾਉਣੀ ਆਉਂਦੀ ਸੀ, ਅਜੋਕੇ ਸਮੇਂ 'ਚ ਆਉਂਦੀ ਹੈ। ਹੁਣ ਕਈ ਵਾਰੀ ਨੌਂ ਵਿਆਹੀ ਆਉਂਦੀ, ਉਹਨੂੰ ਕਹਿੰਦੇ ਤੰਦੂਰ ਤੇ ਰੋਟੀ ਲਾ, ਉਹ ਮੂੰਹ ਚੁੱਕ ਕੇ ਵੇਖੀ ਜਾਂਦੀ, ਪਤਾ ਹੀ ਨਹੀਂ ਵਿਚਾਰੀ ਨੂੰ। ਪਹਿਲੀ ਗੱਲ ਤੇ ਉਹਨੇ ਆਪਣੇ ਪੇਕਿਆਂ 'ਚ ਤੰਦੂਰ ਵੇਖਿਆ ਹੀ ਨਹੀਂ, ਸਹੁਰੇ ਘਰ ਆ ਗਈ, ਇੱਥੇ ਤੰਦੂਰ ਤੇ ਰੋਟੀਆਂ ਲੈਂਦੀਆਂ ਨੇ। ਹੁਣ ਗੱਲ ਤੇ ਗਿਆਨ ਦੀ ਹੈ ਨਾ। ਹੁਣ ਇੱਕ ਭੈਣ ਹੈ, ਉਹਨੂੰ ਤੰਦੂਰ ਤੇ ਰੋਟੀਆਂ ਵੀ ਲਾਉਣੀਆਂ ਆਉਂਦੀਆਂ, ਉਹਨੂੰ ਮੱਕੀ ਦੀ ਰੋਟੀ ਵੀ ਬਣਾਉਣੀ ਆਉਂਦੀ ਹੈ, ਉਹਨੂੰ ਸਾਗ ਵੀ ਬਣਾਉਣਾ ਆਉਂਦਾ, ਉਹਨੂੰ ਸਾਰੀਆਂ ਗੱਲਾਂ। ਹੁਣ ਤੁਸੀਂ ਕਹਿਣਾ ਇਹ ਕੀ ਹੈ, ਇਹ ਮੁੱਢਲੀਆਂ ਗੱਲਾਂ ਨੇ। ਇੱਦਾਂ ਹੀ ਸਾਡਾ ਪੁੱਤਰ ਹੈ। ਕਈ ਬੱਚੇ ਤੁਸੀਂ ਵੇਖੇ ਨੇ ਜਿਹੜੇ ਘਰਾਂ ਜਿਹੜੇ ਮਾਫ ਕਰਨਾ ਆਪਣੀ ਬਨੈਣ ਤੇ ਕਸ਼ਹਿਰਾ ਤੱਕ ਵੀ ਖੁਦ ਨਹੀਂ ਧੋ ਸਕਦੇ, ਜਦੋਂ ਉਹਨਾਂ ਨੂੰ ਘਰਾਂ 'ਚੋਂ ਹੋਸਟਲਾਂ ਜਾਣਾ ਪੈਂਦਾ, ਉਹ ਸਿਰ ਦੇ ਉੱਤੇ ਬਾਹਾਂ ਰੱਖ ਕੇ ਰੋਂਦੇ ਨੇ। ਤੇ ਜਿਨ੍ਹਾਂ ਨੇ ਆਪਣੇ ਘਰਾਂ 'ਚ ਮਾਂ ਨਾਲ ਕੱਪੜੇ ਵੀ ਧਵਾਏ ਆ, ਘਰਾਂ 'ਚ ਝਾੜੂ ਵੀ ਫੇਰਿਆ, ਉਹ ਵਿਦੇਸ਼ਾਂ 'ਚ ਵੀ ਜਾ ਕੇ ਕਾਮਯਾਬ ਹੁੰਦੇ ਆ। ਉਹ ਜਦੋਂ ਘਰੋਂ ਬਾਹਰ ਨਿਕਲਦੇ, ਉਹ ਕਹਿੰਦੇ ਘਰਾਂ 'ਚ ਕੰਮ ਕਰਦੇ ਆਏ ਆ। ਤੇ ਜਿਹਨੂੰ ਅਸੀਂ ਸੋਰ ਰੱਖਿਆ ਵੀ ਨਹੀਂ ਪੈਰਾਂ ਤੇ, ਜ਼ਮੀਨ ਤੇ ਪੈਰ ਨਾ ਪਾਏ, ਉਹ ਕਾਮਯਾਬ ਕਦੇ ਨਹੀਂ ਹੁੰਦਾ। ਫਿਰ ਗੱਲ ਨੂੰ ਸਮਝਿਓ, ਪਾਤਸ਼ਾਹ ਕਹਿੰਦੇ ਐਸਾ ਗਿਆਨ, ਕਿਹੜਾ ਗਿਆਨ? ਜਪੋ ਮਨ ਮੇਰੇ, ਹੇ ਮੇਰਿਆ ਮਨਾ, ਇਦਾਂ ਦਾ ਗਿਆਨ ਲੈ ਲਾ। ਕਿਹੜਾ? ਹੋਵੋ ਚਾਕਰ ਸਾਚੇ ਕੀਰੇ। ਉਹ ਗਿਆਨ ਲੈ ਜਿਹਦੇ ਨਾਲ ਤੂੰ ਸੱਚਾ ਬਣ ਸਕੇ। ਕੀ ਅੱਜ ਉਹ ਗਿਆਨ ਹੈਗਾ ਜਿਹਦੇ ਨਾਲ ਬੰਦਾ ਸੱਚਾ ਬਣ ਸਕੇ? ਬੋਲੋ ਸਾਧ ਸੰਗਤ ਜੀ, ਅੱਜ ਇਦਾਂ ਦਾ ਗਿਆਨ ਮਿਲ ਰਿਹਾ ਸਾਨੂੰ ਜਿਹਦੇ ਨਾਲ ਬੰਦਾ ਸੱਚਾ ਬਣ ਸਕੇ? ਬਸ ਉਹ ਗਿਆਨ ਲੈ ਜਿਹਦੇ ਨਾਲ ਤੂੰ ਸੱਚਾ ਬਣ ਸਕੇ। ਕਿਉਂਕਿ ਸੱਚ ਦਾ ਕਾਲ ਪੈ ਗਿਆ, ਇਸ ਕਰਕੇ ਗਿਆਨ ਉਹ ਲੈ ਜਿਹਦੇ ਨਾਲ ਉਹ ਕਾਲ ਦੂਰ ਕੀਤਾ ਜਾ। ਕਿਉਂਕਿ ਸੱਚ ਕਾਲ ਹੈ, ਕੂੜ ਵਰਤਿਆ ਕਲਪ ਕਾਲਕ ਬੇਤਾਲ। ਸੱਚ ਦਾ ਕਾਲ ਪੈ ਗਿਆ, ਕੂੜ ਦਾ ਬੋਲਬਾਲਾ ਹੈ। ਤੇ ਇਸ ਸੱਚ ਦੇ ਕਾਲ ਨੂੰ ਬੰਨ੍ਹ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੂੰ ਸੱਚ ਦਾ ਗਿਆਨ ਲੈ ਲਾ ਤੇ ਉਸ ਗਿਆਨ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇ। ਗਿਆਨ ਬਹੁਤ ਹੈ ਮਾਨਵਤਾ ਨੂੰ, ਪਰ ਗਿਆਨ ਗਲਤ ਰਸਤੇ ਪੈਣ ਦਾ। ਕਿਸੇ ਨੂੰ ਧੋਖਾ ਕਿਵੇਂ ਦੇਣਾ, ਇਹ ਗਿਆਨ ਹੈ। ਕਿਸੇ ਨਾਲ ਬੇਈਮਾਨੀ ਕਰਨੀ ਹੈ, ਨਕਲੀ ਨੋਟ ਅਸਲੀ ਨੋਟਾਂ ਵਿੱਚ ਰੱਖ ਕੇ ਚਲਾਉਣਾ ਕਿਵੇਂ ਹੈ, ਇਹ ਗਿਆਨ ਹੈ। ਨਕਲੀ ਚੀਜ਼ਾਂ ਤਿਆਰ ਕਿਵੇਂ ਕਰਨੀਆਂ, ਇਹ ਗਿਆਨ ਹੈ। ਕਿਸੇ ਨਾਲ ਧੋਖਾ ਕਿਵੇਂ ਕਰਨਾ ਹੈ, ਇਹ ਗਿਆਨ ਹੈ। ਜ਼ਿੰਦਗੀ ਨੂੰ ਸਵਾਰਨ ਵਾਲਾ ਗਿਆਨ ਨਹੀਂ। ਏਦਾਂ ਕਹਿ ਲਓ, ਜ਼ਿੰਦਗੀ ਵਿਗਾੜਨ ਵਾਲਾ ਗਿਆਨ ਦੁਨੀਆ ਤੇ ਬਹੁਤ ਹੈ। ਭਗਤ ਕਬੀਰ ਜੀ ਦਾ ਪਾਵਨ ਸ਼ਲੋਕ ਹੈ। ਕਬੀਰ ਜੀ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੁੰਦਾ, ਧਰਮ ਹੁੰਦਾ ਹੀ ਉੱਥੇ। ਬਿਨਾਂ ਸਮਝ ਤੋਂ ਕੀਤਾ ਹੋਇਆ ਕੰਮ ਧਰਮ ਨਹੀਂ ਹੋ ਸਕਦਾ, ਅਧਰਮ ਹੁੰਦਾ ਹੈ। ਕਬੀਰਾ ਪੜੋ ਜਿਹਨਾਂ ਨੂੰ ਬਾਣੀ ਆਉਂਦੀ ਹੈ ਜੀ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਉੱਥੇ ਧਰਮ ਹੈ। ਗਿਆਨ ਮੈਨੂੰ ਸਮਝ, ਤੇ ਜਿਹਨੂੰ ਸਮਝ ਹੀ ਨਹੀਂ ਹੈਗੀ ਉਹ ਧਰਮ ਕਿੱਦਾਂ ਨਿਭਾਊ ਭਲਾ? ਸਕੂਲੇ ਪੜਾਉਣ ਵਾਲਾ ਸਕੂਲੇ ਪੜਾਉਣ ਜਾ ਰਿਹਾ, ਉਹਦਾ ਧਰਮ ਹੈ, ਤੇ ਪੜਾਏਗਾ ਤਾਂ ਉਹਨੂੰ ਜੇ ਗਿਆਨ ਹੋਏਗਾ ਤੇ। ਕਿਉਂ ਸਾਸ ਨੇ? ਜੇ ਉਹਨੂੰ ਗਿਆਨ ਹੀ ਨਹੀਂ ਹੈਗਾ ਤੇ ਪੜਾ ਕਿੱਦਾਂ ਪਾਏਗਾ? ਜਿਸ ਬੰਦੇ ਨੂੰ ਗਿਆਨ ਹੀ ਹੈ ਨਹੀਂ, ਉਹ ਧਰਮ ਕਿੱਦਾਂ ਨਿਭਾਏਗਾ? ਗਿਆਨ ਦੀ ਰੌਸ਼ਨੀ ਚੋਂ ਧਰਮ ਨਿਕਲਦਾ। ਗਿਆਨ ਏਦਾਂ ਸਮਝੋ, ਗਿਆਨ ਟਾਰਚ ਹੈ ਤੇ ਤੁਸੀਂ ਉਸ ਟਾਰਚ ਦੀ ਰੌਸ਼ਨੀ 'ਚ ਅੱਗੇ ਤੁਰਨਾ ਹੈ। ਤੇ ਜੇ ਅੱਗੇ ਚਾਨਣ ਨਾ ਹੋਵੇ ਤਾਂ ਤੁਰਾਂਗੇ, ਖੱਡੇ 'ਚ ਡਿੱਗ ਪਵਾਂਗੇ। ਅੱਜ ਤੁਰ ਬਹੁਤ ਰਹੇ ਆ, ਪਰ ਚਾਨਣ ਹੈ ਨਹੀਂ। ਜਿੰਨੇ ਦੀਵੇ ਅਸੀਂ ਬਾਹਰ ਮਠੀਆਂ ਤੇ ਜਗਾਏ ਆ, ਕਬਰਾਂ ਤੇ ਜਗਾਏ ਆ, ਕਿਤੇ ਇੱਕ ਅੱਧਾ ਦੀਵਾ ਆਪਣੇ ਅੰਦਰ ਜਗਾਇਆ ਹੁੰਦਾ ਤੇ ਚਾਨਣ ਹੋ ਜਾਣਾ ਸੀ। ਬਾਹਰ ਦੀਵੇ ਬਹੁਤ ਜਗਾਏ ਆਪਾਂ, ਜਗਾਇਆ ਨਾ। ਵੀਰਵਾਰ ਉੱਥੇ ਜਗਾਇਆ ਜੀ, ਫਲਾਣੇ ਥਾਂ ਤੇ ਜਗਾਇਆ ਜੀ, ਐਤਵਾਰ ਫਲਾਣੇ ਦਾ ਦੀਵਾ ਜਗਾਇਆ ਜੀ। ਤੇ ਬਾਣੀਆਂ ਦੀ ਦੀਵਾ ਜਗਾ ਕਿਹੜਾ? ਦੀਵਾ ਮੇਰਾ ਏਕ ਨਾਮ। हे ਮਾਲਕ ਜੀ, ਤੁਹਾਡਾ ਨਾਮ ਮੇਰੇ ਵਾਸਤੇ ਦੀਵਾ ਹੈ। ਦੁੱਖ
विच पाया तेल, अपने दुखों नूं तेल बना के तुहाडे नाम दे दीवे च पा दिया। अच्छा, जिहड़ा दीवा बाहर जगदा उहदे ते पैसे लगदे, दीवा भी मुੱਲ आउणा ते तेल भी मुੱਲ आउणा ते विच रूं दी वट्टी भी मुੱਲ आउणी। ते जिहड़ा दीवा गुरु नानक साहिब जगाउण लई कहंदे ने, एक निक्का पैसा भी उत्ते खर्चा नहीं आउणा। अच्छा, वो दीवा अग भी ला सकदा, हवा वगी ते वो दीवे नाल अग भी लग सकदी है, ये दीवे नाल अग लगनी नहीं। वो दीवे नाल वसदे घर तबाह हो सकदे आ, ये दीवे नाल उजड़े होए घर वस सकदे। पर गल फिर उत्थे आ गई, मन कहंदा मठी ते दीवा जगा, गुरु कहंदा अंदर दीवा जगा। असीं मन नाल लड़दी बजाए गुरु नाल लड़ पैने आ। जिहड़ा गुरु दी गल करे उहदे नाल उच्ची बोलो, फिर अगे जिद करदे असीं तां दीवा, अगे बोलो तुसीं, जगाउणा ही जगाउणा। जो कई बंदियां नूं जिन्हां नूं आ दीवे जगाउण दी आदत पई है ना, वो वीरवार वांढे भी नहीं जांदे। वो बुधवार हो आउंदे आ, शुक्रवार हो आउंदे आ, शनिवार हो आउंदे आ, कहंदे वीरवार चले गए तो बाबा साडा हनेरे च बैठा रहू। भी तुहाडे बाबे ने फेसबुक पढ़नी मगरों, मान लो भी जे मान लो तुहाडे बाबे ने किताब पढ़नी कोई, हुण तां इनवेटर आ गए, हुण तां जनरेटर आ गए, हुण तां सोलर सिस्टम आ गया, ते बाबे दी नासी अजे भी धुआं दिता, अजे भी दीवा जगाई जांदे उत्थे। ते जिन्ना साडी कौम ने वीरवार, मैं कदी कदी सोचदा हुंदा भी आ दो नहरां जांदियां ने ना, हरीके तो सतलुज ते ब्यास, जिथे दोवें इकट्ठे हो जांदे आ, दो नहरां राजस्थान नूं जांदियां। तुसीं सोच के वेखो भी जिन्ना वीरवार साडी कौम मठियां ते कबरां ते दीवा जगा रही है ना, तेल रोड़ रही है। जे आपां सारा मोबाइल फोन बंद कर लो जी, जिन्ना क समां गुरुद्वारे आपां बैठे, उहदी रिंग बंद कर लो, मेरी बेनती है। जिन्ना क समां, जिन्ना आपां वक्त वेखदे हैं, क्योंकि मैं नहीं चाहता अपना समां वेस्ट होवे, असीं भी बड़ी दूरों आए हैं। तो दूजी ये है भी मैं हर गुरुद्वारे एक पहला आरंभ च बेनती करदा ना, जदों जोड़ा उतारदे हैं ना, अपने मोबाइल की रिंग बंद कर दिया करो। किते भी जाओ, किसी समागम च भी जाना, किसी के घर पाठ से भी जाना ना, मोबाइल की रिंग गुरु के दरबार च नहीं वजनी चाहिए। ये गैर जिम्मेवारी का एहसास आ। आरंभ इत्थों आरंभ करना, बैठना इत्थों सीखना। ऐ मोबाइल की रिंग, मोबाइल पिया रहने तो कोई गल नहीं, अद्धा घंटा इस तो बिना भी सरदा सी, जदों नहीं सी हैगे। हुण तां बंदा मूँह च रोटी पाई है, नाल बुरकी नाल गल करी जांदा, ते जे ते खबर चंगी आ जे तो रोटी खा लैंदा अद्धी, नहीं तो उत्थे बोलो भाई। तो मुड़ कहंदा डॉक्टर साहब तेजाब बड़ा बनता, तेजाब तो बनना तेरे ते दिमाग की नाली फटनी जिहड़ियां तेरियां हरकतां ने। उधरों कान नूं मोबाइल लाया, बाचियां मरी जांदा भी तू रोटी तो चंगी तरह खा ला। कंपनी ने बनाए सी मोबाइल सानूं सुख देण लई, हार के लागे न्याणियां दे पापा जी रोटी खा लो, बीबी जी रोटी खा लो, कई कान नूं फोन लाए होणगे इदां नाल नाल रोटी खाई जाणगे। इहनूं उदों ते परां कर लो, 10 मिनट परां कर लो अपनी बॉडी तो इदां इदां, इस तो बिना रह के थोड़ा चिर। हुण अंग बन गया जिवें किसी दी बांह बूह, हुण जिवें शरीर दे बाकी अंग, इदां भी अंग बन गया। 10-15 मिनट कईयां दा मोबाइल है ना बोले तो हत्थ मार ला पैंदे, खराब तो नहीं हो गया किते। भी जिवें बंदे दी बांह रात नूं सुत्ती पई किते काम ना करे तो बंदे नूं टेंशन जी नहीं होई दी भी बांह नूं, ये मोबाइल भी इदां ही है। ਜਿਹੜੀਆਂ चीज़ां सुख देने लई बनाईयां सी, माफ़ करना बहुत असीं उलझ नहीं गए इन्हां च। तुसीं कदी तजर्बा करियो, पिछले एक नौजवान ने लिख के पाया, वो कहंदा भी मेरा इंटरनेट मुक गया, डाटा मुक गया, 2 घंटे मोबाइल ही नहीं चलिया। कहंदा उदण मैं अपने घरदिआं नाल गल्लां कीतियां, मैनूं बाद च पता लगा घर साडे बंदे भी घर दे बड़े वधिया वा, जानी कि वधिया बंदे आ, भी इन्हां कोल कदी बहन दा टाइम मिले। चीज़ां वधिया सी पर वरतों असीं इन्हां दी गलत कर रहे, सही वरतों नहीं कर रहे। जे सही वरतों करांगे, अच्छा उदां ही कहने गरीब गरीब गरीब। एक पूरे पिंड का हिसाब लाओ तुसीं कि एक पूरे पिंड दे विच इंटरनेट रीचार्ज किन्ने दा हुंदा है। निक्के निक्के कस्बिਆਂ 'ਚ भी ਲੱਖਾਂ रुपया का रीचार्ज हो रहा है, ਲੱਖਾਂ रुपया का। ते अजे की कह रहा बंदा, उच्ची बोलो हुण तुसीं। गरीब हाँ जी, 5 नहीं पूरे होंदे, वो 5 च एक 5 मोबाइल आ, इत्थे आण के डिग पी कर। कईयां नूं जरूरत आ ते कईयां ने उदां ही ਲੱਕ नाल बद्धा, दाह नहीं सी बद्धा दा गां दे गल च। कई गावां भाईदियां दे गल च दाह बद्धा, जो भाई दा लत्तां च वजदा सी। कईयां ने उदां ही गल च बद्धे होए आ जिन्हां नूं लोड़, उच्ची बोलो जी, है ही नहीं। चलो जिन्हां नूं जरूरत हो रखण भी, मैं कहना हुण मैं तुहाडे सामने बोल रहा, मेरे कोल है नहीं गा, लोड़ पऊगी मैं उहदा गला घुट के आउणा जदों गुरुद्वारे आउणा। सानूं अजे सानूं अत की जरूरत हुंदी है,
ਤੁਹਾਨੂੰ ਪਤਾ ਵੀ ਸਾਡਾ ਲਿੰਕ ਹੀ ਇਹਦੇ ਨਾਲ, ਪਰ ਮੈਂ ਵੀ ਆਦਤ ਪਾਈ ਵੀ ਜਦੋਂ ਗੁਰਦੁਆਰੇ ਆਉਣਾ ਇਹਨੂੰ ਆਪਣੀ ਬੋਡੀ ਤੋਂ ਪਰੇ ਕਰ ਦੇਣਾ, ਭਾਵੇਂ 5 ਘੰਟੇ ਇੱਥੇ ਬੈਠੇ ਰਹੀਏ। ਪਰ ਅਸੀਂ ਇਹਨਾਂ ਚੀਜ਼ਾਂ ਦੇ ਗੁਲਾਮ ਹੋ ਗਏ। ਗੁਰੂ ਕੋਲ ਬਹਿਣ ਦਾ ਵੀ ਟਾਈਮ ਨਹੀਂ, ਅਰਦਾਸ 'ਚ ਵੀ ਟੈਂਟਨ ਵੱਜੀ ਜਾਂਦੀ ਹੈ। ਜੇ ਤੁਹਾਡੇ ਬੱਚੇ ਮਾਫ ਕਰਨਾ ਸੀ ਤੇ ਜੇ ਮੁੱਢਲੀਆਂ ਗੱਲਾਂ ਨਹੀਂ ਸਿੱਖ ਪਾਏ ਵੀ ਅਸੀਂ ਗੁਰਦੁਆਰੇ ਬੈਠਣਾ ਕਿੱਦਾਂ ਹੈ, ਇਸੇ ਕਰਕੇ ਅੱਜ ਪਰਿਵਾਰਾਂ 'ਚ ਬਹਿਣ ਦਾ ਮਾਹੌਲ, ਉੱਚੀ ਬੋਲੋ ਪਿਆਰਿਓ, ਨਹੀਂ ਰਿਹਾ। ਤੋ ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰ ਬਖਸ਼ਿਸ਼ ਕੀਤੀ ਉਹ ਬਾ ਕਮਾਲ ਹੈ। ਗੁਰਦੇਵ ਜੀ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸੱਚੇ, ਕਹਿੰਦੇ ਸੱਚ ਦਾ ਚਾਕਰ ਬਣ ਜਾ, ਯਾਨੀ ਕਿ ਗਿਆਨ ਲੈ ਜਿਹਦੇ ਨਾਲ ਤੂੰ ਸੱਚ ਦਾ ਸੇਵਕ ਬਣ ਜਾ, ਤੂੰ ਤੇਰੇ ਜੀਵਨ 'ਚ ਸੱਚਾਈ ਆਵੇ। ਅੱਜ ਸੱਚ ਦਾ ਕਾਲ ਪੈ ਗਿਆ, ਅੱਜ ਸੱਚ ਦਾ ਕਾਲ ਪੈਣ ਕਰਕੇ ਰਿਸ਼ਤਿਆਂ ਵਿੱਚ ਤਰੇੜਾਂ ਆ ਰਹੀਆਂ, ਸਮਾਜ ਭੈ ਭੀਤ ਹੋ ਕੇ ਬੈਠਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੇਤਾਲ ਕਿਹਨੂੰ ਕਹਿੰਦੇ ਆ? ਹੁਣੇ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਸੀ, ਇੱਕ ਵੀ ਜੇ ਤਾਲ ਤੋਂ ਸਿੰਘ ਉਖੜ ਜਾਏ ਗਾਉਣ ਵਾਲਾ, ਤੇ ਜਿਹਨੂੰ ਸੰਗੀਤ ਦੀ ਨੌਲੇਜ ਹੈ ਉਹ ਜੱਜਮੈਂਟ ਕਰ ਜਾਂਦਾ ਵੀ ਇਹ ਤਾਲ ਤੋਂ ਖੁੰਝ ਗਿਆ। ਇਦਾਂ ਹੀ ਸੱਚ ਦਾ ਕਾਲ ਪੈਣ ਕਰਕੇ ਬੰਦਾ ਆਪਣੀ ਤਾਲ ਤੋਂ ਖੁੰਝ ਗਿਆ। ਤਾਲ ਤੋਂ ਖੁੰਝਣ ਕਰਕੇ ਰਿਸ਼ਤਿਆਂ 'ਚ ਤਰੇੜਾਂ ਆ ਰਹੀਆਂ ਨੇ, ਸਮੱਸਿਆ ਆ ਰਹੀ ਬੰਦੇ ਕੋਲ। ਸਭ ਕੁਝ ਹੋਣ ਤੋਂ ਬਾਅਦ ਵੀ ਬੰਦਾ ਆਤਮਿਕ ਤੌਰ ਤੇ ਪਰੇਸ਼ਾਨ ਹੈ। ਫਿਰ ਸਾਰਾ ਕੁਝ ਕਰਨ ਤੋਂ ਬਾਅਦ ਪਤਾ ਨਹੀਂ ਮਨ ਖੁਸ਼ ਕਿਉਂ ਨਹੀਂ। ਇਹ ਜਿਹੜੀ ਮਨ ਦੀ ਖੁਸ਼ੀ ਹੈ ਨਾ, ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਤੈਨੂੰ ਉਹਦੇ ਗੁਣ ਗਾਇਆ, ਚੰਗੇ ਕੰਮ ਕੀਤੇ ਤਾਂ ਕਿ ਸੁਖ ਨਾਹੀਂ ਬਹੁਤਾ ਧਨ ਖਟੈ, ਸੁਖ ਨਾਹੀਂ ਪੇਖੈ ਨਿਰਤ ਨਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਤੋ ਪਾਸ਼ਾ ਕਹਿੰਦੇ ਐਸਾ ਗਿਆਨ, ਇਦਾਂ ਦਾ ਗਿਆਨ ਲੈ ਜਿਹਦੇ ਨਾਲ ਤੂੰ ਸੱਚ ਦਾ ਸੇਵਕ ਬਣ ਸਕੇ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਹੇ ਕਬੀਰ, ਜਿੱਥੇ ਗਿਆਨ ਹੈ ਧਰਮ ਹੈ ਹੀ ਉੱਥੇ। ਯਾਨੀ ਕਿ ਜਿੱਥੇ ਗਿਆਨ ਹੈ, ਵੇਖ ਲਓ ਮੇਰੇ ਬੋਲਣ ਤੋਂ ਬਾਅਦ ਫੇਰ ਰਿੰਗ ਵੱਜ ਗਈ ਹੈ ਨਾ। ਮੈਂ ਕਦੀ ਕਦੀ ਸੋਚਦਾ ਨਾ ਗੁਰਦੁਆਰੇ ਲਿਖ ਕੇ ਲਾਉਣਾ ਚਾਹੀਦਾ, ਜਿਹਦੀ ਗੁਰਦੁਆਰੇ ਮੋਬਾਈਲ ਦੀ ਰਿੰਗ ਵੱਜੇ ਉਹਨੂੰ 500 ਦੀ ਰਸੀਦ ਕਟਾਉਣੀ ਪਊ ਗੁਰਦੁਆਰੇ। ਉਹ ਬੋਲੋ ਭਾਈ, ਨਾਲੇ ਕਮੇਟੀ ਨਾਲੇ ਗ੍ਰੰਥੀ ਨੂੰ ਫਾਇਦਾ ਹੋਵੇ ਵੀ ਉਹ 500 ਰੁਪਇਆ ਗ੍ਰੰਥੀ ਨੂੰ ਦਿੱਤਾ ਜਾਊਗਾ ਤੇ 500 ਰੁਪਏ ਦੀ ਰਸੀਦ ਕੱਟ ਕੇ ਗ੍ਰੰਥੀ ਦੀ ਤਨਖਾਹ 'ਚ ਪਾਈ ਜਾਊਗੀ। ਉਹ ਬੋਲੋ ਭਾਈ, ਹੋਣਾ ਚਾਹੀਦਾ ਨਾ ਤਾਂ। ਫਿਰ ਗ੍ਰੰਥੀ ਨੇ ਕਹਿਣਾ ਮਹਾਰਾਜ ਯਾਰ ਕਿ 5-7 ਮੋਬਾਈਲਾਂ ਦੀਆਂ ਰਿੰਗਾਂ ਵੱਜ ਹੀ ਜਾਣ। ਫਿਰ ਬੰਦੇ ਨੇ ਮੋਬਾਈਲ ਵੀ ਘਰੇ ਛੱਡ ਕੇ ਆਉਣਾ। ਜਿਵੇਂ ਬਾਹਰਲੀਆਂ ਕੰਟਰੀਆਂ, ਕੈਨੇਡਾ ਅਮਰੀਕਾ ਕੰਟਰੀਆਂ 'ਚ ਦੂਰੋਂ ਅਗਲੇ ਚੈੱਕ ਕਰ ਲੈਂਦੇ ਵੀ ਇਹਨੇ ਕੰਨ ਨੂੰ ਮੋਬਾਈਲ ਲਾਇਆ। ਉਹ ਐਡੀ ਵੱਡੀ ਟਿਕਟ ਦਿੰਦੇ ਵੀ ਬੰਦੇ ਦੀ ਹਫ਼ਤੇ ਦੀ ਕਮਾਈ ਚੱਲ ਜਾਂਦੀ ਹੈ। ਮੁੜ ਕੇ ਘਰੋਂ ਹੀ ਬੰਦਾ ਪਹਿਲਾਂ ਪਲਾਨ ਨਾਲ ਤੁਰਦਾ ਵੀ ਮੋਬਾਈਲ ਨਹੀਂ ਆਪਣੀ ਬੋਡੀ ਲਾਗੇ ਰੱਖਣਾ। ਅਗਲੇ ਟਿਕਟ ਹੀ ਵੱਡੀ, ਜਿਹੜਾ ਤੁਹਾਡੇ ਚੋਂ ਕਿਸੇ ਦਾ ਧੀ ਪੁੱਤ ਬਾਹਰ ਪੁੱਛ ਕੇ ਵੇਖਿਓ ਉੱਥੇ ਮੋਬਾਈਲ ਪਰਾਂ, ਆਪਣੀ ਬੋਡੀ ਤੋਂ ਪਰਾਂ। ਕਹਿੰਦਾ ਨਾ ਨਾ ਨਾ, ਉਹ ਲਿਹਾਜ਼ ਨਹੀਂ ਕਰਦੇ ਅਗਲੇ। ਨਾ ਨਾ ਨਾ, ਉਹਨੂੰ ਪਤਾ ਲੱਗਦਾ ਵੀ ਇਹ ਬੰਦੇ ਨੇ ਕੰਨ ਨੂੰ, ਅਗਲੇ ਯੂ ਟਰਨ ਮਾਰ ਕੇ ਮਗਰੇ ਉਹਨੂੰ ਉੱਥੇ ਦੀਵਾਲੀ ਕਹਿੰਦੇ, ਮਗਰ ਇਦਾਂ ਗੱਡੀ ਜਗਦੀ ਆਉਂਦੀ ਹੈ ਮਿੰਟੋ ਮਿੰਟ ਹੀ। ਉੱਥੇ ਨਾ ਬੰਦਾ ਭੱਜ ਸਕਦਾ ਤੇ ਨਾ ਭੱਜਣ ਅਗਲੇ ਦਿੰਦੇ ਹੀ ਆ। ਪੁੱਛ ਕੇ ਵੇਖਿਓ ਆਪਣੇ ਕਿਸੇ ਧੀ ਪੁੱਤ ਨੂੰ ਵੀ ਉੱਥੇ ਤੁਸੀਂ ਗੱਡੀ ਡਰਾਈਵ ਕਰਦੇ ਆ ਇਹ ਕੰਮ ਨਹੀਂ ਕਰ ਸਕਦੇ। ਤੇ ਮੈਂ ਕਹਿੰਦਾ ਨਾ ਹਰ ਗੁਰਦੁਆਰੇ ਦੇ ਬਾਹਰ ਲਿਖ ਕੇ ਲਾ ਦੇਣਾ ਚਾਹੀਦਾ, ਜਿਹਦੇ ਮੋਬਾਈਲ ਦੀ ਰਿੰਗ ਵੱਜੀ, ਸਾਧ ਸੰਗਤ ਜੀ, ਜੇ ਪਹਿਲੀ ਵਾਰੀ ਵੱਜੀ ਤੇ 100 ਰੁਪਇਆ, ਦੂਜੀ ਵਾਰ ਵੱਜ ਗਈ ਤੇ 300 ਰੁਪਇਆ, ਚਾਰ ਵਾਰ ਵੱਜੀ ਤੇ 400 ਰੁਪਇਆ, ਪੰਜਵੀਂ ਵਾਰ ਵੱਜ ਗਈ ਤੇ 500 ਰੁਪਇਆ। ਤੇ ਮੈਂ ਕਿਸੇ ਬੰਦੇ ਦੀ ਗੁਰਦੁਆਰੇ ਮੋਬਾਈਲ ਦੀ ਰਿੰਗ ਨਹੀਂ ਵੱਜੀ, ਉਹ ਦਿਨ ਸਾਨੂੰ ਬਹਿਣ ਦਾ ਸਵਾਦ ਵੀ ਆ ਜਾਏਗਾ। ਇਹ ਮੁੱਢਲੀਆਂ ਗੱਲਾਂ ਨੇ, ਮੁੱਢਲੀਆਂ। ਚੰਡੀਗੜ੍ਹ ਇੱਕ ਯੂਨੀਵਰਸਿਟੀ ਹੈ, ਜਦੋਂ ਚੰਡੀਗੜ੍ਹ ਇੱਕ ਲਾਇਬ੍ਰੇਰੀ ਹੈ ਜਿੱਥੇ ਜਦੋਂ ਬੱਚਾ ਪੜ੍ਹਨ ਜਾਂਦਾ ਉਹ ਮੋਬਾਈਲ ਪਾਸੇ ਜਮ੍ਹਾਂ ਕਰਾਉਂਦੇ ਵੀ ਜੇ ਤੁਸੀਂ ਪੜ੍ਹਨ ਆਏ ਤੇ ਆਪਣੇ ਮੋਬਾਈਲ ਸਾਈਡ ਤੇ ਜਮ੍ਹਾਂ ਕਰਾ ਦਿਓ, ਜਾਣ ਲੱਗਿਆ ਤੁਸੀਂ ਲਾਇਬ੍ਰੇਰੀਅਨ ਕੋਲੋਂ ਲੈ ਜਾਣੇ ਨੇ। ਅਗਲੇ ਕਹਿੰਦੇ ਵੀ ਜੇ ਤੂੰ ਪੜ੍ਹਨ ਆਇਆ ਤੇ ਮੋਬਾਈਲ ਦਾ ਕੀ ਕੰਮ ਹੈ? ਠੀਕ ਹੈ, ਜਦੋਂ ਤੈਨੂੰ ਲੋੜ ਹੈ ਦੀ ਆਈਪੈਡ ਦੀ, ਟੈਬ ਦੀ, ਜਦੋਂ ਤੈਨੂੰ ਹੈਲਪ ਦੀ ਲੋੜ ਹੈ, ਪਰ ਜੇ ਤੂੰ ਹੁਣ ਲਾਇਬ੍ਰੇਰੀ ਦੀ ਵਰਤੋਂ ਕਰਨੀ ਹੈ ਨਾ ਤੇ ਕਮ ਸੇ ਕਮ ਹੁਣ ਇੱਥੇ ਇਮਾਨਦਾਰੀ ਨਾਲ ਕਿਤਾਬਾਂ 'ਚ ਪੂਰਾ ਧਿਆਨ ਦੇ। ਅਸੀਂ ਐ ਸਾਵਧਾਨ ਹੋ ਕੇ ਗੁਰੂ ਦੀ ਗੋਦ ਵਿੱਚ, ਕਿਉਂਕਿ ਜਦੋਂ ਬੁਲਾਰਾ ਗੱਲ ਕਰਦਾ ਹੈ, ਮਾਫ ਕਰਨਾ, ਉਦੋਂ ਗੱਲ ਸਾਰੀ ਉਖੜ ਜਾਂਦੀ। ਜਦੋਂ ਇੱਕ ਵੀ ਸਾਡੇ ਗੁਰਦੁਆਰੇ ਕਿਸੇ ਦਾ ਕੋਈ ਮੋਬਾਈਲ ਦੀ ਰਿੰਗ ਵਾਜੇ ਜਾਂ ਦੂਜਾ ਗੱਲ ਕਰ ਲੱਗ ਪਵੇ, ਜਦੋਂ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਆ ਨਾ, ਉੱਥੇ ਜੇ ਇੱਕ ਵੀ ਬੱਚਾ ਕੰਨ 'ਚ ਵੀ ਗੱਲ ਕਰਦਾ ਹੋਵੇ ਤਾਂ ਟੀਚਰ ਦਾ ਧਿਆਨ ਉਖੜ ਜਾਂਦਾ। ਇਹ ਵੀ ਤਾਂ ਸਾਡਾ ਸਕੂਲ ਹੀ ਹੈ। ਇੱਥੋਂ ਦੇ ਸਾਡੇ ਉਸਤਾਦ, ਸਾਡੇ ਪ੍ਰਿੰਸੀਪਲ, ਸਾਡੇ ਟੀਚਰ, ਸਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਹੁਣ ਆਪਾਂ ਗੱਲ ਕਰ ਰਹੇ ਸੀ, ਪਾਤਸ਼ਾਹ ਕਹਿੰਦੇ ਨੇ ਸੱਚ ਦਾ ਕਾਲ ਪੈ ਗਿਆ ਤੇ ਸੱਚ ਦਾ ਕਾਲ ਪੈਣ ਕਰਕੇ ਕੂੜ ਵਰਤ ਰਿਹਾ ਤੇ ਕੂੜ ਵਰਤਨ ਕਰਕੇ ਦੁਨੀਆ ਤੇ ਝੂਠ ਪ੍ਰਧਾਨ ਹੈ। ਆਪਾਂ ਵੇਖ ਰਹੇ ਹਾਂ, ਸ਼ਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੈ
प्रधान प्रधान मीनिंग की है? प्रधान का अर्थ की होंदा भी कूड़ आगू बन गया, कूड़ अगवाई कर रहे हैं। जिथे अगवाई सच ने करनी सी उत्थे अगवाई कूड़ कर रहे हैं, तो जिथे अगवाई कूड़ करेगा सोच के वेखो समाज किदां दा बनेगा। तो इत्थे भगत कबीर जी कहते हैं कबीरा जहां ज्ञान तहां धर्म है। जिथे ज्ञान है धर्म है ही उत्थे। यानी कि जिन्हों समझ है ओहो ही फर्ज निभाएगा, जिन्हों समझ नहीं हैगी वो फर्ज किदां निभाएगा? पहला समझ होनी जरूरी है, फिर उस तो बाद दूजी स्टेज आएगी मैं फर्ज निभाना है। जे समझ ना होई हीरा दुकान ते भी वेच सकदा बंदा। इसे नूं आखिया सी ना कबीरा एक अचंबो देखियो हीरा हाट बिकाए। हुण जे ज्ञान दा हीरा हट्टी ते विकना सी, बोलो साध संगत जी। जे बंदे नूं ज्ञान हुंदा ते हीरा हट्टी ते लैके जांदा, पर ज्ञान नहीं सी हैगा ते हीरा दुकान ते लै गया। हुण हीरे भी दुकानां ते विकदे कदी, उहदे वास्ते जौहरी हुंदे, उहते परख हुंदी है। हुण हीरा दुकान ते विक रिहा दा अर्थ ज्ञान नहीं है। हुण इहनूं आपां अपने जीवन ते लाइए। आ जीवन एक हीरा वा। ये कोई काम वासनावां दी हट्टी ते वेच रहा, कोई क्रोध की हट्टी ते वेच रहा, कोई लोभ की हट्टी ते वेच रहा। क्यों? क्योंकि सानू इस मनुखा जन्म हीरे की कदर नहीं है। रहन गवाई सोए कै दिवस गवाया खाए। अगे की भला हीरे जैसा जन्म है कौडी। हुण कई पूछणगे भी हीरे वर्गा जन्म किदां है? ये जन्म हीरे वर्गा है। हीरे नालों भी महंगा वा जन्म। ये जन्म हीरे नालों भी महंगा है, पर बंदे नूं इस हीरे की कदर नहीं है। इस बंदे अच्छा बंदा हीरे खरीद सकता, हीरे बंदे नहीं खरीद सकता। बंदे कोल कला हैगी भी हीरे कई हीरे खरीद सकता। बंदे कोल ते फिर बंदे का जीवन तो हीरिਆਂ नालों भी महंगा होया ना। ये तो अमोलक आ। इनू मनुखा जन्म अमोलक आख्या। पर अज इसे मनुखा जन्म अमोलक नूं असीं कित्थे सुट के बैठे? कदर ही है, पता ही कोई नहीं। नशे पा रहा, जीवन तबाह करके बैठा, अपनी जवानी नूं गलत ट्रैक ते चढ़ा के बैठा। ये जीवन बड़ा खूबसूरत है। सानू एडा वड्डा सतगुर ने उपदेश बख्शिश किया है। जो धन गुरु नानक साहब वर्गी शख्सियत ननकाना साहब की धरती ते उन्हां दा प्रकाश हुंदा है। कदी सोच के वेखो किन्ने प्रभावित होणगे राय बुलार होणे। राय बुलार गुरु नानक साहब तो कितना प्रभावित होएगा। उन्हां दे पिता दा नां, उन्हां दे दादियां परदादियां दे नां ते वसिया शहर राय भोए दी तलवंडी। वो प्रभावित होए गुरु नानक साहब तो। उन्होंने अपने शहर का नां ननकाना साहब रख दिता। दादियां परदादियां दे नां ते वसिया शहर ते गुरु नानक साहब जी का उत्थे प्रकाश होने तो बाद उन्होंने शहर का नां ही गुरु नानक साहब के नां ते रखता। इत्थे बंदा धक्के ना गुरुद्वारे की जगह उत्ते भी अपना नां लिखाउण की कोशिश करता है। देख लो साडा समाज चेंज ही है। 5 थालियां चढ़ा के तो पहला उत्ते नां लिखाउंदा है, मोटे अखरां च नां लिखाउंदा उत्ते। जे पालकी बनाई तां ना साडा ते वस नहीं चलदा। असीं ते जे 10 किलो 5 किलो दाल चढ़ाइए कल्ले कल्ले दाने ते भी नाल खा ली। जे लिखदा होवे ते जे लिखिया जांदा होवे ना दुकानदार नूं कही भी आ कल्ले कल्ले दाने ते सारे टब्बर दा नाम लिख दे। भी ਜਦੋਂ कोई बुरकी खावे इदां उन्हें पता लगे भी फुमण सौंदे करो। गुस्सा ना कर दिओ जे कोई फुमण सौंवे, मैं अपना नाम लै देना सरबजीत सौंदे करो। हुण साडी समस्या पता की आ? असीं अगले नूं दसना चाहुंदे आ पੱਖੇ दी हवा लैण वालिया ये पੱਖਾ साडे घरों आया। आ प्रशादा छकण वाले आ थालियां साडे घरों आईयां। असीं महाराज नूं दसना चाहुंदे महाराज जिस पालकी तुहाडा प्रकाश कीता है पालकी असीं बनाईयां। जे पालकी ना बनदी तुहाडे ते प्रकाश होना ही नहीं सी। कित्थे राय बुलार ते कित्थे उच्ची बोलो जी असीं सिख होने आ जी। ਉਹ ਸੀ ਜਿਹੜੇ गुरु साहब तो अपना हुण मान लो किसे शहर का नाम किसी दादे पड़दादे तो होवे तो अगले ने कहता महाराज तुहाडा प्रकाश होया इत्थे तुहाडे नाम तो शहर वसू इत्थे ननकाना साहब होएगा। अज सिजदा नहीं हो रहा। तो राय बुलार का भी नाम गुरु नानक साहब करके सुनहरी अखरां 'च लिखिया जा रहा ना भी राय बुलार वर्गियां शख्सियतां किन्नियां प्रभावित होणगियां गुरु नानक साहब तो। अज RSS वाले अगले कहते हैं भी ये सिख ते मुसलमानों के दुश्मन ने। भाई मरदाना सब तो वध गुरु नानक साहब के नाल रहा। अगले लोगों च फुट पाउण वास्ते आ हुण असीं जदों परसों गए सी ना असीं दिल्ली
ਐਦਾਂ ਮੁਸਲਮਾਨਾਂ ਨੇ ਲੰਗਰ ਲਾਏ ਰਾਹ ਦੇ ਵਿੱਚ, ਮੁਸਲਮਾਨ ਭਰਾਵਾਂ ਨੇ ਧੱਕੇ ਨਾਲ ਗੱਡੀਆਂ ਦੇ ਵਿੱਚ ਫਰੂਟ ਸੁੱਟ ਰਹੇ ਸੀ, ਬਿਸਕੁਟ ਦੇ ਰਹੇ ਸੀ ਕਿ ਤੁਸੀਂ ਅਜੇ ਉਹਨਾਂ ਦੀਆਂ ਜ਼ਮੀਨਾਂ ਨਹੀਂ, ਉਹ ਤਾਂ ਦੁਕਾਨਾਂ ਵਾਲੇ ਆ। ਉਹ ਕਹਿੰਦੇ ਜੰਗ ਸਾਂਝੀ ਆ। ਅਗਲੇ ਨੂੰ ਪਤਾ ਕਿਸਾਨੀ ਮੋਢਾ ਕਿਸੇ ਬਿਜ਼ਨਸ ਦਾ ਵੀ, ਜੇ ਕਿਸਾਨੀ ਨਹੀਂ ਹੋਏਗੀ ਤੇ ਵਪਾਰ ਕਾਹਤੇ ਕਰੋਗੇ। ਅਜੇ ਜ਼ਮੀਨਾਂ ਵਾਲਿਆਂ ਨੂੰ ਬਾਅਦ ਵਿੱਚ ਸਮਝ ਆਉਂਦੀ ਹੈ, ਪਰ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਵੀ ਸਮਝ ਹੈ ਵੀ ਜੇ ਕਿਸਾਨ ਦੇ ਘਰ 4 ਮਣ ਦਾਣੇ ਹੋਣਗੇ। ਮਾਫ ਕਰਨਾ, ਕਰੋਨਾ ਦੇ ਵਿੱਚ ਵੇਖੋ ਤੁਸੀਂ, ਕੱਪੜੇ ਤੋਂ ਬਿਨਾਂ ਵੀ ਬੰਦੇ ਨੇ ਸਾਰ ਲਿਆ। ਕਈਆਂ ਨੇ ਪੂਰੇ ਕਰੋਨਾ ਦੇ ਪੀਰੀਅਡ ਵਿੱਚ ਇੱਕ ਵੀ ਸੂਟ ਨਹੀਂ ਨਵਾਂ ਸਵਾਇਆ, ਜੁੱਤੀ ਵੀ ਨਹੀਂ, ਸਰ ਗਿਆ ਨਾ। ਜਦੋਂ ਕਿਤੇ ਜਾਣਾ ਨਹੀਂ ਸੀ, ਨਾ ਕੋਈ ਨਵਾਂ ਸੂਟ ਸਵਾਇਆ, ਨਾ ਕੋਈ ਨਵੀਂ ਜੁੱਤੀ ਲਈ। ਅੰਬਾਨੀਆਂ ਦੀਆਂ ਬਣਾਈਆਂ ਚੀਜ਼ਾਂ ਤੋਂ ਬਿਨਾਂ ਵੀ ਸਰ ਗਿਆ। ਬੜੇ ਬੜੇ ਕੱਪੜੇ ਬਣਾਉਣ ਵਾਲੀਆਂ ਮਿੱਲਾਂ ਤੋਂ ਬਿਨਾਂ ਵੀ ਸਰ ਗਿਆ, ਪਰ ਕਿਸਾਨ ਦੀ ਪੈਦਾ ਕੀਤੀ ਹੋਈ ਰੋਜੀ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਸਰਿਆ। ਨਹੀਂ ਸਰਿਆ ਦੱਸ ਦੋ। ਸਗੋਂ ਉਲਟਾ ਵੰਡਿਆ, ਆਟਾ ਵੰਡਿਆ, ਸਬਜ਼ੀਆਂ ਵੰਡੀਆਂ ਨੇ। ਕਿਸਾਨੀ ਮੁੱਢ ਹੈ। ਜਦੋਂ ਗੁਰੂ ਸਾਹਿਬ ਜੀ ਨੇ ਕਿਸੇ ਨੂੰ ਐਗਜ਼ਾਮਪਲ ਦੇ ਕੇ ਵੀ ਸਮਝਾਇਆ ਹੈ ਨਾ, ਸਭ ਤੋਂ ਪਹਿਲਾਂ ਤੁਹਾਡੇ ਜੋ ਕਈ ਬਾਣੀ ਪੜ੍ਹਨ ਵਾਲੇ ਬੈਠੇ ਹੋਣੇ ਨੇ, ਜਦੋਂ ਸ਼ਬਦ ਪੜ੍ਹੇ ਨਾ ਗੁਰੂ ਸਾਹਿਬ ਜੀ ਨੇ, ਸ਼ਬਦ ਉਚਾਰਨ ਕੀਤੇ, ਐਗਜ਼ਾਮਪਲਾਂ ਦਿੱਤੀਆਂ, ਤੇ ਸਭ ਤੋਂ ਪਹਿਲਾਂ ਕਿਸਾਨੀ ਦੀ ਐਗਜ਼ਾਮਪਲ ਦਿੱਤੀ ਬਾਣੀ। ਹੁਣ ਸ਼ਬਦ ਹੈਗਾ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬੋਲੋਗੇ ਵਿਰਲਾ ਬੁਝੈ ਕੋਏ। ਹੁਣ ਇਹ ਸ਼ਬਦ ਦਾ ਪਹਿਲਾ ਬੰਦ ਕਿਹੜਾ ਹੈ? ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ। ਦੂਜੀ ਉਦਾਹਰਨ ਦਿੱਤੀ ਦੁਕਾਨਦਾਰ ਦੀ, ਵੀ ਦੁਕਾਨਦਾਰ ਵੀ ਤਾਂ ਵੇਚੂ ਜੇ ਕਿਸਾਨ ਪੈਦਾ ਕਰੂ। ਜੇ ਕਿਸਾਨ ਕਣਕ ਨਾ ਪੈਦਾ ਕਰੇ, ਆਟਾ ਕਿਹਦਾ ਵੇਚੂ? ਬੋਲੋ ਪਿਆਰਿਓ। ਦੁਕਾਨਦਾਰ ਨੂੰ ਪਤਾ ਹੈ ਮੈਂ ਤਾਂ ਵੇਚ ਪਾਵਾਂਗਾ ਜੇ ਪੈਦਾ ਕਰੇਗਾ। ਹੁਣ ਤੁਸੀਂ ਕਿਸੇ ਕਰਿਆਨੇ ਦੀ ਦੁਕਾਨ ਤੇ ਚਲ ਜਾਓ, ਕਿੰਨੀਆਂ ਚੀਜ਼ਾਂ ਨੇ ਕਿਸਾਨ ਦੀਆਂ ਪੈਦਾ ਕੀਤੀਆਂ ਨੇ। ਮੁੱਢ ਬੱਧਾ ਤੇ ਕਿਸਾਨ ਦੇ ਨਾਲ ਮਜ਼ਦੂਰ ਵੀ ਹੈ। ਜੇ ਕਿਸਾਨ ਦੇ ਘਰ ਰੋਟੀ ਪੱਕੂ, ਮਜ਼ਦੂਰ ਦੇ ਘਰ ਪੱਕੂ। ਕਿਸਾਨ ਦੇ ਘਰ ਪੱਕੂ ਤੇ ਆੜ੍ਹਤੀਏ ਦੇ ਘਰ ਪੱਕੂ। ਕਿਸਾਨ ਦੇ ਘਰ ਪੱਕੂ ਤੇ ਟਰਾਂਸਪੋਰਟਰ ਦੇ ਘਰ ਪੱਕੂ। ਕਿਸਾਨ ਦੇ ਘਰ ਪੱਕੂ ਤੇ ਉਸ ਸੌਦੇ ਨੂੰ ਵੇਚਣ ਵਾਲੇ ਦੇ ਘਰ ਪੱਕੂ। ਇਸ ਕਰਕੇ ਇਹ ਮੁੱਦਾ ਸਾਡਾ ਸਾਰਿਆਂ ਦਾ, ਭਲੇ ਹੰਗਾਰੇ ਭਰ ਦਿਆ ਕਰੋ, ਇਹ ਮੁੱਦਾ ਸਾਡਾ ਸਾਂਝਾ। ਕਈ ਇਹ ਵੀ ਸੋਚਦੇ ਆ ਸਾਡੇ ਤੇ ਨਿਆਣੇ ਬਾਹਰ ਚਲੇ ਗਏ, ਆਪਾਂ ਕੀ ਲੈਣਾ ਇਹ ਚੋਂ। ਮੈਂ ਹੁਣੇ ਵੀਰਾਂ ਨਾਲ ਗੱਲ ਕਰ ਰਿਹਾ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਏਦਾਂ ਸੋਚਦੇ, ਪਹਾੜੀ ਰਾਜੇ ਤੇ ਉਹਨਾਂ ਦੇ ਅੱਗੇ ਲੰਮੇ ਪਏ ਨੇ। ਪਹਾੜੀ ਰਾਜੇ ਦਾ ਪ੍ਰਸ਼ਾਦੀ ਹਾਥੀ ਤੱਕ ਦੇ ਰਹੇ ਨੇ ਗੁਰੂ ਸਾਹਿਬ ਨੂੰ। ਮਹਾਰਾਜ ਦੀ ਆਪਣੇ ਨਿੱਜ ਕਰਕੇ ਥੋੜਾ ਉਹਨਾਂ ਦੀ ਕੋਈ ਲੜਾਈ ਹੈ। ਉਹ ਤੇ ਸਮਾਜ ਦੇ ਗਲ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਉਹ ਲਾਉਣ ਵਾਸਤੇ ਅੱਗੇ ਮੂਹਰੀ ਹੋ ਕੇ ਤੁਰੇ ਨੇ, ਤੇ ਬੱਚੇ ਵੀ ਕੁਰਬਾਨ ਕਰ ਦਿੱਤੇ ਸਾਡੇ। ਇਸ ਮੂਵਮੈਂਟ 'ਚ ਵੇਖਿਆ ਸੀ, ਇੱਕ ਮਾਈ ਨੂੰ ਪੱਤਰਕਾਰ ਨੇ ਪੁੱਛਿਆ, ਮਾਤਾ ਜੀ ਤੁਹਾਡੇ ਬੱਚੇ ਕਹਿੰਦੇ ਨੇ? ਕਹਿੰਦੀ ਨਾ ਮੇਰਾ ਕੋਈ ਧੀ ਹੈ ਤੇ ਨਾ ਮੇਰਾ ਕੋਈ ਪੁੱਤ ਹੈ, ਤੁਹਾਡਾ ਬਾਪੂ ਤੇ ਮੈਂ ਦੋਵੇਂ ਹੀ ਆ। ਮਾਤਾ ਤੂੰ ਕਾਹਦੇ ਲਈ ਚੱਲੀ ਹੈ? ਕਹਿੰਦੀ ਆ ਸਾਰੇ ਪੰਜਾਬ ਦੇ ਬੱਚੇ ਮੇਰੇ ਬੱਚੇ ਨੇ। ਹੁਣ ਦੱਸਿਓ ਇਹ ਕਿੰਨੀਆਂ ਮਾਵਾਂ ਦੇ ਅੰਦਰ ਇਹ ਸੋਚ ਹੈਗੀ ਹੈ। ਮਾਰਿਓ ਧਿਆਨ। ਕਹਿਣਾ ਬੜਾ ਸੌਖਾ, ਨਾਨਕ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਭਲਾ। ਇਹ ਬਹੁਤ ਕਹਿਣਾ ਸ਼ਬਦ ਸੌਖਾ ਹੈ, ਨਿਭਾਉਣਾ ਔਖਾ। ਜੇ ਅੰਦਰ ਫੀਲਿੰਗ ਹੋਵੇ ਤਾਂ ਦੁੱਧ 'ਚ ਪਾਣੀ ਪਾ ਕੇ ਵੇਚੀਏ। ਜੇ ਅੰਦਰੇ ਫੀਲਿੰਗਾਂ ਹੋਣ, ਜੇ ਅੰਦਰੋਂ ਕਹੀ ਜਾ ਰਹੀ ਹੋਵੇ ਤੇ ਕਿਸੇ ਦੇ ਘਰ ਲੱਗੀ ਹੋਈ ਅੱਗ ਨੂੰ ਵੇਖ ਕੇ ਖੁਸ਼ੀਆਂ ਕੋ ਮਨਾਈਏ। ਉਸ ਮਾਂ ਨੂੰ ਪੁੱਛਿਆ, ਉਹਨੇ ਆਖਿਆ ਆਹ 2 ਕੱਪੜੇ ਮੈਂ ਝੋਲੇ 'ਚ ਪਾ ਲਏ ਆ, ਦਿੱਲੀ ਚੱਲੀ ਆ, ਜੰਗ ਆਪਣੇ ਪੁੱਤਾਂ ਦੀ ਲੜਨ ਚੱਲੀ ਮੈਂ। ਕੱਲ ਮੇਰਠ ਦੇ 2 ਬੱਚੇ ਯੂਪੀ ਦੇ ਸਟੂਡੈਂਟ ਦਿੱਲੀ ਪੜ੍ਹਦੇ, ਜਿਹੜੇ ਉਹ ਜੱਗ ਚਾਹ ਦਾ ਬਣਾ ਕੇ ਆਪਣੇ ਕਿਸਾਨ ਭਰਾਵਾਂ ਨੂੰ ਪਿਆਉਣ ਗਏ, ਬਜ਼ੁਰਗਾਂ ਨੂੰ। ਤੇ ਇੱਕ ਬਜ਼ੁਰਗ ਨੇ ਜੇਬ 'ਚੋਂ ਰੁਪਈਆ 100 ਕੱਢ ਕੇ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ, ਤੇ ਉਸ ਧੀ ਨੇ ਸਿਰ ਅੱਗੇ ਕਰਤਾ, ਕਹਿੰਦੀ ਬਾਪੂ ਜੀ ਮੈਂ ਤੁਹਾਡੇ ਕੋਲੋਂ ਆਸ਼ੀਰਵਾਦ ਲੈਣ ਆਈ ਹਾਂ, ਪੈਸੇ ਨਹੀਂ ਲੈਣੇ ਮੈਂ ਚਾਹ ਦੇ। ਮੈਂ ਸਟੂਡੈਂਟ ਹਾਂ, ਮੈਂ ਪੜ੍ਹਦੀ ਹਾਂ ਇੱਥੇ ਦਿੱਲੀ 'ਚ, ਕਿਰਾਏ ਤੇ ਰਹਿ ਕੇ, ਰੈਂਟ ਤੇ ਕਮਰਾ ਲੈ ਕੇ ਪੜ੍ਹਦੀ ਹਾਂ। ਭੈਣ ਭਰਾ ਦੋਵੇਂ ਜਾਣੇ ਮੇਰਠ ਤੇ ਯੂਪੀ ਦੇ ਰਹਿਣ ਵਾਲੇ। ਹੁਣ ਉਹਨਾਂ ਨੂੰ ਪਤਾ ਕਿ ਧਰਤੀ ਦੀ ਹਿੱਕ ਪਾੜ ਕੇ ਅਨਾਜ ਪੈਦਾ ਕਰਨ ਵਾਲੇ ਇਹ ਕਿਸੇ ਬ੍ਰਹਮ ਗਿਆਨੀ ਨਾਲੋਂ ਘੱਟ ਨਹੀਂ ਹੈਗੇ। ਅਸੀਂ ਵੇਲੜ ਸਾਧਾਂ ਦੇ ਅੱਗੇ ਲੰਮੇ ਪੈਂਦੇ ਹਾਂ। ਅਸੀਂ ਕਿਰਤੀ ਨੂੰ ਤੇ ਟਿੱਚ ਨਹੀਂ ਜਾਣਿਆ। ਬੋਲੋ
ਉਹ ਬੋਲੋ ਭਾਈ। ਕੀਰਤਨ ਦੇ ਟਿਚ ਨਹੀਂ ਜਾਣੇ। ਹੁਣ ਜਿਹੜੇ ਅੱਗੋਂ ਪਿੱਛੋਂ 2-2 ਕੁਇੰਟਲ ਤੋਂ ਵੀ ਵੱਡੀਆਂ ਬੋਰੀਆਂ ਸੁੱਟ ਜਾਂਦੇ ਸੀ, ਫਰਜ਼ ਬਣਦਾ ਸੀ ਨਾ ਧਰਨੇ 'ਚ ਬਹਿਣ ਦਾ ਉਹਨਾਂ ਦਾ। ਬੋਲੋ ਪਿਆਰਿਓ, ਫਰਜ਼ ਬਣਦਾ ਸੀ ਨਾ। ਸਭ ਤੋਂ ਅੱਗੇ ਇਦਾਂ ਬਾਬੇ ਅੱਗੇ ਹੋ ਕੇ ਬਹਿੰਦੇ ਇਦਾਂ, ਸੁੱਟੋ ਪਾਣੀ ਦੀਆਂ ਵਾਸ਼ਨਾ ਸਾਡੇ ਉੱਤੇ, ਅਥਰੂ ਕਹਿੰਦੇ ਗੋਲੇ ਚਲਾਓ ਸਾਡੇ ਉੱਤੇ। ਸਭ ਤੋਂ ਮੋਹਰੀ ਕਤਾਰ 'ਚ ਉਹ MLA ਤੇ MP ਜਾਂਦੇ, ਲੀਡਰ ਜਾਂਦੇ ਜਿਹੜੇ ਆਪਾਂ ਚੁਣੇ ਆ। ਫਰਜ਼ ਬਣਦਾ ਸੀ ਨਾ ਸਾਡੇ ਤੇ। ਤੁਸੀਂ ਸੁੱਟੋ ਪਾਣੀ ਦੀਆਂ ਪਛਾੜਾਂ, ਇਹਨਾਂ ਕਿਸਾਨਾਂ ਵਾਸਤੇ ਅਸੀਂ ਲੜਦੇ ਹਾਂ। ਕਿੱਥੇ ਨੇ ਉਹ ਗ੍ਰਿਫਤਾਰੀਆਂ ਦਾ ਸਟੰਟ ਖੇਡ ਰਿਹਾ। ਉਹ ਪਹਿਲਾਂ ਹੀ ਚੱਲ ਜਾਂਦੇ, ਦਬਦਾ ਗ੍ਰਿਫਤਾਰ ਕਰ ਲਓ। ਹਾਂ ਪਤਾ ਹੀ ਹੈ ਤੁਹਾਨੂੰ ਸਾਰਾ ਪਿਆਰਿਓ। ਜੇ ਉਹਨਾਂ ਨੇ ਤੁਰਨਾ ਹੁੰਦਾ ਤੇ ਉਹ ਕਿਸਾਨ ਜਥੇਬੰਦੀਆਂ ਨਾਲ ਤੁਰਦੇ, ਉਹ ਇਸ ਮੂਵਮੈਂਟ ਦੇ ਨਾਲ ਤੁਰਦੇ। ਪਰ ਸਾਡੇ ਫਿਰ ਉਹ ਹਾਲਾਤ ਆ, ਅਸੀਂ ਜਾਗਣਾ ਨਹੀਂ ਚਾਹੁੰਦੇ। ਤੁਹਾਨੂੰ ਪਤਾ ਇਸ ਮੂਵਮੈਂਟ ਨੇ, ਇਸ ਲਹਿਰ ਨੇ, ਇਸ ਅੰਦੋਲਨ ਨੇ ਪੂਰੀ ਦੁਨੀਆ ਨੂੰ ਜਗਾਤਾ। ਇੱਕ ਵਾਰ ਜਦੋਂ ਵੀ ਕਿਤੇ ਗੱਲ ਹੁੰਦੀ ਹੈ, ਬਾਬਾ ਬੰਦਾ ਸਿੰਘ ਬਹਾਦਰ ਤੋਂ ਨਾਂ ਤੋਂ ਗੱਲ ਸ਼ੁਰੂ ਕੀਤੀ ਜਾਂਦੀ ਹੈ। ਜਿਹੜੇ ਸਾਨੂੰ ਭੁੱਲ ਚੁੱਕੇ ਸੀ, ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਕਿੰਨਿਆਂ ਨੂੰ ਯਾਦ ਹੈ ਜੀ? ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅੱਜ ਕਿੰਨਿਆਂ ਨੂੰ ਯਾਦ ਹੈ? ਜਿਹੜਾ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ, ਭੁਲਾਤਾ ਸਾਰਾ ਕੁਝ, ਮਨਾਂ ਵਿੱਚੋਂ ਮਨਫੀ ਕਰ ਦਿੱਤਾ। ਪਿਆਰਿਓ ਗੱਲ ਸਮਝਣ ਦੀ ਜ਼ਰੂਰਤ ਹੈ। ਆਪਣੀ ਜ਼ਿੰਦਗੀ ਵਿੱਚ ਇਹ ਉਪਦੇਸ਼ ਗੁਰੂ ਦਾ ਗਿਆਨ ਸਮਝ। ਜਿਹੜੀ ਗੱਲ ਇੱਥੇ ਭਗਤ ਕਬੀਰ ਜੀ ਨੇ ਕਹੀ ਹੈ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਉੱਥੇ ਹੀ ਫਰਜ਼ ਨਿਭਾਇਆ ਜਾ ਸਕਦਾ ਹੈ। ਜਹਾਂ ਝੂਠ ਤੇ ਪਾਪ, ਜਿੱਥੇ ਝੂਠ ਹੋਏਗਾ ਉੱਥੇ ਪਾਪ ਜ਼ਰੂਰ ਹੋਏਗਾ। ਪਾਪ ਦਾ ਅਰਥ ਕੀ ਹੁੰਦਾ ਹੈ? ਮਾੜੇ ਵਿਚਾਰ। ਇਹ ਸੰਬੰਧ ਹੈ, ਇਹ ਕੁੰਡੀ ਹੈ। ਜਿੱਥੇ ਗਿਆਨ ਹੋਏਗਾ ਉੱਥੇ ਧਰਮ ਹੋਏਗਾ, ਜਿੱਥੇ ਝੂਠ ਹੋਏਗਾ ਤਾਂ ਪਾਪ ਹੋਏਗਾ, ਜਿੱਥੇ ਲੋਭ ਹੋਏਗਾ ਉੱਥੇ ਕਾਲ ਹੋਏਗਾ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ। ਜਿੱਥੇ ਲਾਲਚ ਹੋਏਗਾ ਉੱਥੇ ਮੌਤ ਹੋਏਗੀ। ਲਾਲਚੀ ਬੰਦਾ ਨਾ, ਸਰੀਰ ਦੀ ਮੌਤ ਭਾਵੇਂ 20 ਸਾਲ 30 ਸਾਲ 50 ਸਾਲ 100 ਸਾਲ ਬਾਅਦ ਮਰੇ, ਪਰ ਲਾਲਚੀ ਬੰਦਾ ਜਿਹਦੇ ਨਾਲ ਠੱਗੀ ਮਾਰਦਾ, ਉਹਦੇ ਵੱਲੋਂ ਸਮਾਜ ਵੱਲੋਂ ਉਦੋਂ ਹੀ ਮਰ ਜਾਂਦਾ। ਤੁਸੀਂ ਵੇਖਿਓ ਕਦੀ ਜਦੋਂ ਬੰਦਾ ਇੱਕ ਭਰਾ ਦੂਜੇ ਭਰਾ ਨਾਲ ਲਾਲਚ ਵਸ ਹੋ ਕੇ ਠੱਗੀ ਮਾਰਦਾ ਨਾ, ਉਹ ਜਿਹਦੇ ਨਾਲ ਠੱਗੀ ਮਾਰੀ ਹੁੰਦੀ ਉਹਦੇ ਬੱਚੇ ਫਿਰ ਵੀ ਰੋਟੀ ਖਾਈ ਜਾ ਰਹੇ ਆ, ਤੇ ਜਿਹਨੇ ਮਾਰੀ ਹੁੰਦੀ ਹੈ ਉਹ ਨਸ਼ਿਆਂ 'ਚ ਪੈ ਜਾਂਦੇ, ਗਲਤ ਰਸਤੇ ਪੈ ਜਾਂਦੇ। ਉਹ ਆਪਣੇ ਬੱਚੇ ਨੂੰ ਏਦਾਂ ਸਮਝਦਾ, ਕਹਿੰਦਾ ਪੁੱਤਰੋ ਇਮਾਨਦਾਰੀ ਜਿੰਦਾਬਾਦ, ਇਮਾਨਦਾਰੀ ਜ਼ਿੰਦਗੀ 'ਚ ਰੱਖਿਓ, ਕਮਾਈਆਂ ਫੇਰ ਕਰ ਲਾਂਗੇ, ਬੇਈਮਾਨੀ ਨਾ ਕਰਿਓ, ਬਸ ਇਮਾਨਦਾਰੀ ਦਾ ਲੜ ਨਾ ਛੱਡਿਓ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ। ਜਿੱਥੇ ਲਾਲਚ ਹੈ ਉੱਥੇ ਕਾਲ ਹੈ। ਕਾਲ ਮੈਨੂੰ ਮੌਤ। ਮੌਤ ਕਿਹੜੀ? ਆਤਮਕ ਮੌਤ। ਬੰਦਾ ਆਤਮਕ ਤੌਰ ਤੇ ਮਰ ਜਾਂਦਾ ਹੈ। ਜਹਾਂ ਖਿਮਾ ਤਹਾਂ ਆਪ, ਜਿੱਥੇ ਖਿਮਾ ਹੋਏਗੀ ਉੱਥੇ ਰੱਬ ਆਪ ਵਸਦਾ। ਖਿਮਾ ਮੀਨਿੰਗ ਕੀ ਹੈ? ਕਿਸੇ ਦੀ ਗਲਤੀ ਨੂੰ ਚਿੱਥਣਾ ਨਾ, ਉਹਨੂੰ ਜੇ ਕਿਸੇ ਨੇ ਗਲਤੀ ਕੀਤੀ ਵੀ ਹੈ ਤੇ ਕਹਿਣਾ ਕੋਈ ਗੱਲ ਨਹੀਂ। ਖਿਮਾ ਮੀਨਿੰਗ ਸ਼ਾਂਤੀ, ਟਿਕਾ। ਅੱਜ ਹੈ ਨਹੀਂ ਪਰਿਵਾਰਾਂ 'ਚ, ਮੁੱਕ ਗਈ, ਕਿਉਂਕਿ ਆਪਣੇ ਹੀਰੇ ਜਨਮ ਨੂੰ ਹੱਟੀਆਂ ਤੇ ਵੇਚ ਰਹੇ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ। ਫਰਕ ਵੇਖੋ, ਜਦੋਂ ਦੁਨਿਆਵੀ ਗਿਆਨ ਦੀ ਹਨੇਰੀ ਆਉਂਦੀ ਹੈ ਨਾ, ਉਹ ਛੰਨਾ ਉਡਾ ਕੇ ਲੈ ਜਾਂਦੀ ਹੈ, ਲੈਂਟਰ ਪਾੜ ਜਾਂਦੀ ਆ, ਨੁਕਸਾਨ ਕਰਦੀ ਆ। ਪਰ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਨਾ, ਉਹ ਬਰਬਾਦ ਕੀਤੇ ਘਰ ਵਸਾ ਜਾਂਦੀ ਆ। ਸਮਝ ਆਉਂਦੀ ਹੈ ਨਾ ਜਦੋਂ ਗਿਆਨ ਆਉਂਦਾ, ਕਹਿੰਦਾ ਨਹੀਂ ਭਾਈ ਆਪਾਂ ਇਦਾਂ ਨਹੀਂ ਕਰਨਾ। ਫਿਰ ਦੋ ਭਰਾ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ, ਦਰਾਣੀਆਂ ਜਠਾਣੀਆਂ ਇਕੱਠੀਆਂ ਬੈਠਦੀਆਂ ਵਾ, ਨੂੰਹ ਸੱਸ ਇਕੱਠੀਆਂ ਬੈਠ ਕੇ ਗੱਲਾਂ ਕਰਦੀਆਂ ਵਾ। ਇੱਦਾਂ ਪਰਿਵਾਰਾਂ ਦੇ ਵਿੱਚ ਫਿਰ ਇਕੱਠ ਪੈ ਜਾਂਦਾ, ਸੂਈ ਧਾਗੇ ਵਾਲਾ ਕੰਮ ਹੋ ਜਾਂਦਾ। ਜਿਵੇਂ ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮੱਪ ਮੱਪ ਕਾਟੂ ਜੰਮ ਕੀ ਫਾਸੀ। ਉਹ ਫਿਰ ਬੁਰਾਈਆਂ ਨੂੰ ਕੱਢ ਦਿੰਦੇ ਆ, ਤੇ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉ ਲੱਗਾ। ਜਿਵੇਂ ਸੂਈ ਕੱਪੜੇ ਨੂੰ ਸਿਉਂ ਦਿੰਦੀ ਆ ਨਾ, ਪਾਟੇ ਕੱਪੜੇ ਨੂੰ, ਏਦਾਂ ਫਿਰ ਗੁਰੂ ਦਾ ਸ਼ਬਦ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜ ਦਿੰਦਾ ਹੈ। ਟੁੱਟੇ ਹੋਏ ਰਿਸ਼ਤਿਆਂ ਉਹ ਜੁੜ ਜਾਂਦੇ ਆ।
बंटवारा होया हुंदा परिवार, कईयां परिवारां चों कंधां ढट्ठियां भी आ। आपां ना बंटवारे हुंदे आ, कईयां चों कंधां ढह भी गईयां हुंदे, ढा दो कंध, इस कंध ने बहुत दूर कर लिया सानूं। दोवां भरावां रल के कंध ढाती, कहंदा नहीं बहुत 5 साल पता नहीं सी किदां कढे, इन्हां ने नुकसान कीता साडा। बाणी दा वाक है, एक पिता एक सके हम बारिक, तू मेरा। सोच के वेखो गुरु नानक साहब महाराज जी दे कोल किहड़ी विचारधारा ऐसी होएगी भी राय बुलार वर्गे गुरु नानक साहब जी दे चरनां ते विश रहे आ, ते असी होर किसे पखंडियां कोल तुरे फिरदे। किहड़ी चीज़ इहदा मतलब राय बुलार नूं समझ है, सानूं अजे अपने गुरु दी समझ है। इहदा अर्थ इहो ही होया। क्यों साध संगत जी, तुसीं किसे दुकान ते जांदे जी समान लैन, तुसीं लिस्ट बना के घरों तुरे, ध्यान नाल सुणिओ गल। मान लो तुहाडे परिवार ने तुहानूं 20-22 सौदे लिखाए आ, तुसीं करियाने दी दुकान ते गए, किसी स्टोर ते गए ग्रोसरी वाले ते, जाके लिस्ट फड़ाई इदां, उन्हें तुहानूं 18 वस्तुआं पातियां, 2 कहतियां मुक्कियां ने। तुसीं वो दूजी दुकान ते तां ही जाओगे ना जे उन्हें कहता भी 18 हैगियां 2 है नहीं, तां ही जाओगे। ते जे उन्हें जिहड़े तुसीं सौदे लैण गए जे सारे ही पाते, फिर तुहानूं दूजी दुकान ते जाण दी लोड़ हैगी है। बोल के दस्सिओ कह रहे ओके। हुण ध्यान नाल सुणिओ, असीं गुरु कोल आए, महाराज मैनूं आ चाहीदा, महाराज मैनूं आ चाहीदा। जदों मैं इत्थे सिर झुकाउण तो बाद फिर किसी मठी ते कबर ते किसी बाबे दी गाड़ी झोली अड़दा, बाबा जी किरपा कर दिओ ना, इहदा अर्थ गुरु साहब ने कहता मेरे कोल कुछ नहीं हैगा। वो बोलो भाई, इहदा अर्थ गुरु साहब ने कहता भी भाई ये सौदे मेरे को है नहीं। इहदा अर्थ यह है सानू अपने इस गुरु के हट बारे पता ही कख नहीं हैगा। साचे साहिबा, सारे बोलो साचे साहिबा क्या नहीं करते रहे, बाणी जांदी क्या नहीं करते, घर तां तेरा हैगा सब कुछ ही, मैनू लेना नहीं आउंदा, हैगा सब कुछ। हुण सानू लगदा साडे दिमाग च पता की है, उत्थों पुत्र मिलना है। वो पुत्र डेरियां चों नहीं मिलते, माफ करना मैं क्लीयर कहां, जे पुत्र इदां रुखां नाल लगे हुंदे ना, इदां मिलदे हुंदे ते बेबे नानकी दे घर ना धी सी ना पुत सी। बेबे नानकी दा अज भी ना हैगा दुनिया ते बिना औलाद तो। इत्थे असीं पता नहीं पंजाब दे किन्ने साध इन्हां गल्लां च तां चढ़ाते, वेखो जी इत्थे अरदास करिए ते बाबा जी पुत दिंदे। नहीं हो रहा तां दसो, इदां नहीं हो रहा जी। आपे सेब लई जांदे आ, आपे मुड़ के झोली च सेब झोली च पवाई जांदे जांदे लोग। पंजाब के किन्ने डेरे इन्हां गल्लां ते मशहूर है, इत्थों दुध मिलदा, इत्थों पुत मिलदा। दसो हुण बेबे नानकी दे घर किहड़ी औलाद सी, ना बेबे नानकी दे धी है ते ना बेबे नानकी दे पुत है, पर बिना औलाद तो भी बेबे नानकी दा नाम है। क्यों? क्योंकि दुनिया ते ना औलाद नाल नहीं हुंदा, दुनिया ते ना तेरे अपने कम्मां नाल होना है। भगत पूर्ण सिंह दा नाम उन्हां दी औलाद करके उन्हां दा विआह ही नहीं, उन्हां विआह ही नहीं कराया, उन्हां दा अपने नाम करके। इत्थे कई बंदे तुसीं वेखो जिन्हां दे 2-2 पोतरे, 2-2 पोतरियां, दोते दोतियां। ईमानदारी नाल जवाब दिओ, जे आपां नूं इत्थे बैठे नूं कोई पुछे साडे दादे दा की नाम है, पता सारिआं नूं, पिता दा की नाम ये भी पता है, पर जे सानूं इत्थे पुछे भी साडे परदादे दे परदादे दे परदादे दा की नाम है, तो सानूं कुर्सीनामा जाके वेखना पैना। पर विचारिआं जोर ते उन्हां ने भी बड़ा लाया होना भी साडा दुनिया ते, उच्ची बोलो ना। इदां हुंदा भी अगे अगे तुरे जाने आ ते पिछे पिछे नाल नाल, उच्ची बोलो हुण। ये इदां भी अगे अगे तुरे जाने पिछे नाल नाल, जिवें हुंदा नहीं कई हुण तां अजकल रूटावीटर आ गए, बड़ा ही कुछ आ गया, अगे नाल नाल हाईवा जाण, नाल पिछे सुहागा फिरदे जाना। हुण तां सिस्टम आ गया, उन्हां सुहागा पतला जिहा सुहागा रखिआ हुंदा, नाल नाल कणक केरी जानी। हुण जिहड़े कणक केरन वाले सारे सुहागा नहीं फेरदे, वो कहते भी केरी इस हिसाब नाल सुहागा फेरदे, पानी पहला पानी आउणा उन्हें आप साफ कर देना। पर पहला आम कर देंदे सी भी नाल नाल करी जाना, पतला जिहा सुहागा रखिआ होना ते वो नाल नाल पिछे उत्ते फिरदा होना। साडा भी इदां हो रहा भी अगे अगे असीं नाम बनाई जाने, इत्थे थाली ते लिखा, उत्थे थमले ते लिखा, उत्थे पालकी ते लिखा, पिछे नाल नाल सुहागा फिरदा आउंदा, क्योंकि बिल्डिंग ते अक्सर ढहनी है ते थाली भी टुटनी है। वो बोलो भाई किहड़ी चीज़ नहीं टुटनी, वो है जे ते सच नाल जफ्फी पा लेंगा। इहनूं बाणी चाहंदा, बाणी दा वाक है मोया गंढ नेकी सत होए। मरे बंदे दी दुनिया नाल गंढ उहदे अपने करैक्टर करके है। भाई तारू सिंह की उम्र 25 साल है, पर अज भी जिंदे ने। इत्थे 75 साल दे नूं कोई नहीं पुछदा, दूजी पीढ़ी तो बाद। अच्छा दूजी पीढ़ी छड्डो, जिंदे नहीं पुछदे, आंदे बापू नूं पुछ लो, इहनूं की पुछना, आपां अपनी मर्जी करनी। अगे बोलो
उदों फिर बापू की भी अकल टिकाने आती भी इन्ना बदले तो मैं कोई डेरा नहीं छड्डिया, इन्ना बदले तो मैं कोई जगह नहीं छड्डी, ये कहता इनू की पुछना। ਉਹ ਪਿਆਰਿਓ ਗੱਲ ਨੂੰ ਸਮਝੋ, 25 ਸਾਲ ਦੀ ਆਰਜੂ ਹੈ ਭਾਈ ਤਾਰੂ ਸਿੰਘ ਦੀ, ਪਰ ਅੱਜ ਵੀ ਭਾਈ ਤਾਰੂ ਸਿੰਘ ਦਾ ਨਾਮ ਹੈ। ਇੱਥੇ 2-3 ਪੀੜ੍ਹੀਆਂ ਪਿੱਛੇ ਜਾ ਕੇ ਵੇਖ ਲਓ ਜ਼ੋਰ ਕਿਦਾਂ ਲੱਗਾ ਹੋਇਆ। ਰੱਬਾ ਇੱਕ ਪੁੱਤਰਾ ਦੇ ਦੇ, ਰੱਬਾ ਇੱਕ ਦੋਤਾ ਦੇ ਦੇ। ਨਾ ਕੋਈ ਦੋਤੀ ਮੰਗਦਾ ਤੇ ਨਾ ਕੋਈ ਪੋਤਰੀ ਮੰਗਦਾ। ਮੰਗਦਾ ਦੱਸ ਦਿਓ ਮੈਨੂੰ, ਪੰਜਾਬ ਦਾ ਡੇਰੇ ਦਾ ਨਾਂ ਦੱਸ ਦਿਓ ਇੱਥੇ ਗੱਡੀ 'ਚ ਬਹਿਣ ਤੋਂ ਪਹਿਲਾਂ, ਵੀ ਜਿਹੜੇ ਪੰਜਾਬ ਦੇ ਡੇਰੇ 'ਚ ਧੀ ਦੀ ਅਰਦਾਸ ਹੁੰਦੀ ਹੋਵੇ ਦੱਸ ਦਿਓ ਮੈਨੂੰ। ਜਾਂ ਕੋਈ ਕਿਸੇ ਕਵੀਸ਼ਰ ਨੂੰ ਜਾ ਕੇ ਤੁਸੀਂ ਕਿਹਾ ਹੋਵੇ ਵੀ ਇੱਥੇ ਦੀ ਧੀ ਦੀ ਅਰਦਾਸ ਕਰ ਦਿਓ। ਕੀ ਮੰਗਦੇ ਸਾਰੇ ਭਲਾ? ਉੱਚੀ ਬੋਲੋ। ਪੁੱਤ ਕੀ ਲਿਖਿਆ ਹੁੰਦਾ? ਪੁੱਤ ਮਿਠੜੇ ਮੇਵੇ ਅੱਗੇ ਰੱਬ, ਹਾਂ ਵੀ ਅੱਛਾ ਪੁੱਤ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ। ਅੱਛਾ ਜੇ ਇਹ ਮਿੱਠੇ ਮੇਵੇ ਸਾਰਿਆਂ ਨੂੰ ਦੇ ਦਿੱਤੇ ਤੇ ਧੀ ਦਿੱਤੀ ਨਾ, ਤੇ ਪੁੱਤ ਵਿਆਹਾਂਗੇ ਕਿਹਦੇ ਨਾਲ? ਮੰਨ ਲਓ ਇਦਾਂ ਹੋ ਜੇ, ਮੰਨ ਲਓ ਜੇ ਇਦਾਂ ਹੋ ਜੇ ਉਦਾਹਰਨ ਆ ਵੀ ਮੰਨ ਲਓ ਜੇ ਪੁੱਤ ਮਿੱਠਾ ਮੇਵਾ ਰੱਬ ਸਾਰਿਆਂ ਨੂੰ ਦੇ ਦੇਵੇ, 20 ਸਾਲ ਰੱਬ ਸਾਰਿਆਂ ਨੂੰ ਮਿੱਠੇ ਮੇਵੇ ਦੇ ਦੇਵੇ, ਇਹ ਮਿੱਠੇ ਮੇਵੇ ਨੇ ਸਿਰ ਪਾੜਦੇ ਨੇ ਮਾਰ ਮਾਰ ਡਾਂਗੇ ਸਾਡੇ। ਬਹੁਤਿਆਂ ਨੇ ਆਪਣੇ ਮਿੱਠੇ ਮੇਵਿਆਂ ਦੇ ਸਿਰ ਚੜ੍ਹ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਸਭ ਤੋਂ ਪਹਿਲਾਂ ਸਾਧਾਂ ਤੇ ਕੇਸ ਹੋਣੇ ਚਾਹੀਦੇ ਜਿਹੜੇ ਪੁੱਤਾਂ ਦੀਆਂ ਅਰਦਾਸਾਂ ਕਰਦੇ ਆ। ਬੇਬੇ ਨਾਨਕੀ ਵੇਲੇ ਅਰਦਾਸ ਹੈ ਨਹੀਂ ਸੀ ਕਿ ਬੇਬੇ ਨਾਨਕੀ ਵੇਲੇ ਸ਼ਬਦ ਹੈ ਨਹੀਂ ਸੀ? ਪਰ ਪੁੱਛੂ ਕਿਹੜਾ ਗੱਲ ਤੇ ਹੈ? ਪੁੱਛਾਂਗੇ ਤਾਂ ਜੇ ਸਾਨੂੰ ਸਤਿਗੁਰ ਦੀ ਬਾਣੀ ਆਉਂਦੀ ਹੋਏਗੀ, ਤੇ ਬਾਣੀ ਲਾ ਕੇ ਅਗਲਿਆਂ ਨੇ ਜਾਣ ਸਾਨੂੰ ਦਿੱਤਾ ਹੀ ਨਹੀਂ, ਜਾਣ ਦਿੱਤਾ। ਆ ਤਾਂ ਸ਼ੁਕਰ ਹੈ ਵੀ ਆਪਣੇ ਏਰੀਏ 'ਚ ਜੇ ਸੀਸੇ ਨਹੀਂ ਲੱਗੇ। ਆ ਮਾਲਵੇ ਚੱਲ ਜਾਓ, ਕਈਆਂ ਪਿੰਡਾਂ ਵਿੱਚ ਅਗਲਿਆਂ ਸੀਸੇ ਲਾਏ ਮਹਾਰਾਜ ਦੇ ਅੱਗੇ। ਪਤਾ ਕਿਉਂ? ਵੀ ਕੋਈ ਤਾਬਿਆ ਬਹਿ ਕੇ ਪਾਠ ਨਾ ਕਰ ਸਕੇ। ਦੂਰ ਕਰਤਾ ਬਾਣੀ ਤੋਂ। ਆਪਣੇ ਘਰਾਂ 'ਚ ਪੋਥੀਆਂ ਰੱਖੋ, ਸਿੰਚੀਆਂ ਰੱਖੋ, ਆਪਣੇ ਘਰਾਂ 'ਚ ਸਹਿਜ ਪਾਠ ਕਰੋ। ਜਿਉਂ-ਜਿਉਂ ਬਾਣੀ ਪੜ੍ਹੋਗੇ ਸਾਡੇ ਅੰਦਰ ਜਾਗਰਤੀ ਆਏਗੀ। ਅਸੀਂ ਜਿੰਨਾ ਪੁੱਤਰਾਂ ਨਾਲ ਪਿਆਰ ਕਰਦੇ ਹਾਂ, ਧੀਆਂ ਨਾਲ ਵੀ ਉਂਝ ਹੀ ਪਿਆਰ ਕਰਾਂਗੇ। ਪਰ ਸਾਡਾ ਸਮਾਜ ਗਲਤ ਬੰਨੇ ਤੁਰ ਪਿਆ। ਅਸੀਂ ਤਾਂ ਵਿਤਕਰੇ ਕੀਤੇ। ਅਸੀਂ ਤੇ ਜਿਹੜੀ ਨੂੰਹ ਦੇ ਘਰ 2 ਧੀਆਂ ਹੋਣ ਉਹਨੂੰ ਹੋਰ ਨਜ਼ਰ ਨਾਲ ਵੇਂਦੇ ਆ, ਤੇ ਜਿਹਦੇ ਘਰ ਇੱਕ ਪੋਤਰਾ ਹੋ ਜਾਏ, ਇੱਕ ਪੋਤਰੀ ਹੋ ਜਾਏ, ਉਹਦਾ ਸਤਿਕਾਰ ਕਹਿੰਦੇ ਗੁੜਤੀ ਇਹ ਤੋਂ ਦਵਾਓ। ਕਈਆਂ ਘਰਾਂ 'ਚ ਇਹ ਵੀ ਵਹਿਮ ਹੈ। ਤੇ ਜਿਹਦੇ ਵਿਚਾਰੀ ਦੀ ਔਲਾਦ ਹੋਵੇ ਹੀ ਨਾ, ਉਹਨੂੰ ਖੁਸ਼ੀ ਦੇ ਫੰਕਸ਼ਨਾਂ 'ਚ ਕਈ ਵਾਰੀ ਪਛਾਣ ਰੱਖਿਆ ਜਾਂਦਾ ਵੀ ਇਹਦਾ ਪਰਛਾਵਾਂ ਕਿਤੇ ਦੂਜੀਆਂ ਤੇ ਉਹਦਾ ਕਹਿਣਗੇ ਅਸੀਂ ਤਾਂ ਹਜ਼ੂਰ ਸਾਹਿਬ ਵੀ ਹੋ ਆਏ ਹਾਂ, ਅਸੀਂ ਅਨੰਦਪੁਰ ਸਾਹਿਬ ਵੀ ਹੋ ਆਏ ਹਾਂ, ਤੁਹਾਨੂੰ ਬੰਨਿਆ ਨਹੀਂ ਮਹਾਰਾਜ ਨੇ ਉੱਥੇ। ਵੀ ਇਹੋ ਜਿਹਾ ਸਮਾਜ ਵਿਗੜਿਆ। ਇੱਕ ਬੰਨੇ ਕਹਿਣਾ ਸਾਹਮਣੇ ਜੋਤ ਜੋਤ ਹੈ ਸੋਏ ਤਿਸ ਦੇ ਚਰਨ ਸਾਹਮਣੇ ਚਰਨ ਹੋਏ। ਤੁਹਾਨੂੰ ਦੇਸੀ ਘਿਓ ਤੇ ਮੜੀਆਂ ਦੇ, ਤੁਹਾਨੂੰ ਮਿੱਟੀ ਦੇ ਦੀਵੇ, ਸਰੋਂ ਦਾ ਤੇਲ ਦੇ ਦੀਵੇ, ਉਹਨਾਂ ਚੋਂ ਰੱਬ ਦਿਸੀ ਜਾਂਦਾ, ਤੇ ਜਿਹੜੀ ਰੱਬ ਦੀ ਜੋਤ ਉਹ ਚ ਰੱਬ ਦਿਸਦਾ ਹੀ ਨਹੀਂ ਤੁਹਾਨੂੰ। ਦੇਸੀ ਘਿਓ ਦਾ ਆਪੇ ਦੀਵਾ ਜਗਾਉਣਗੇ, ਆਪੇ ਉੱਤੇ ਹੱਥ ਫੇਰੀ ਜਾਣਗੇ। ਜਿਹੜੀ ਰੱਬ ਦੀ ਉਹ ਧੀ ਜਗਦੀ ਆ, ਪੁੱਤ ਜਗਦੀ ਆ, ਦਾਦੇ ਦਾਦੀ ਜਗਦੀ ਆ, ਉਧਰ ਧਿਆਨ ਹੀ ਹੈ ਨਹੀਂ। ਬਾਣੀਆਂ ਦੀ ਸਭ ਮੈਂ ਜੋਤ। ਕਈਆਂ ਦੇ ਤਲਾਕ ਹੋ ਗਏ, ਕਿਹੜੀ ਗੱਲੋਂ? ਇਹਦੇ ਘਰ ਪੁੱਤ ਨਹੀਂ ਹੁੰਦਾ, ਇਹਦੇ ਘਰ ਔਲਾਦ ਨਹੀਂ ਹੁੰਦੀ, ਮੈਂ ਨਹੀਂ ਰੱਖਣੀ, ਤਲਾਕ ਹੋ ਗਿਆ। ਪਰਿਵਾਰਾਂ ਦੀ ਵੀ ਸਹਿਮਤੀ ਹੁੰਦੀ ਹੈ। ਆਹ ਹਾਲਾਤ ਹੈ, ਅਜੋਕੇ ਹਾਲਾਤ ਦੱਸ ਰਿਹਾ। ਕਿਉਂ? ਕਿਉਂਕਿ ਸਾਡੇ ਕੋਲ ਗਿਆਨ ਹੈ ਨਹੀਂ, ਸਾਨੂੰ ਸਮਝ ਹੈ ਨਹੀਂ। ਪੁੱਤ ਕਿਉਂ ਚਾਹੀਦਾ? ਇਹਨੇ ਬੁਢੇਪੇ ਵੇਲੇ ਸਾਡੀ ਸਵਾਲ ਇਹ ਪਤਾ ਪੁੱਤ ਚਾਹੀਦਾ ਕਿਉਂ ਹੈ? ਪਤਾ ਕਾਹਦੇ ਲਈ? ਕਹਿੰਦੇ ਪਹਿਲੀ ਗੱਲ ਤੇ ਇਹਦੇ ਨਾਲ ਸਾਡੀ ਕੁੱਲ ਚੱਲਣੀ ਹੈ, ਇੱਕ ਪੁਆਇੰਟ। ਦੂਜਾ ਪੁਆਇੰਟ, ਇਹਨੇ ਵੱਡੇ ਹੋ ਕੇ ਸਾਡੀ, ਬੋਲੋ ਸਾਈ, ਇਹੋ ਹੀ ਹੈ ਨਾ, ਇਹਨੇ ਸਾਡੀ ਵੱਡੇ ਹੋ ਗਏ ਤਾਂ ਚਾਹੀਦਾ ਹੈ ਨਾ। ਹੁਣ ਤੁਸੀਂ ਆਪੇ ਹਿਸਾਬ ਲਓ। ਇੱਕ ਤੇ ਇਹਦੇ ਨਾਲ ਸਾਡਾ ਨਾਂ ਜੁੜਿਆ, ਦੂਜਾ ਇਹਨੇ ਵੱਡੇ ਹੋ ਕੇ ਸਾਡੀ ਸੇਵਾ ਕਰਨੀ ਹੈ। ਤੇ ਮਾਰੋ ਹੁਣ ਧਿਆਨ ਆਪਣੇ ਸਮਾਜ ਵਿੱਚ ਅੱਜ ਕਿੰਨੇ ਲੋਕ ਆ ਜਿਹੜੇ ਆਪਣੇ ਧੀਆਂ ਪੁੱਤਾਂ ਤੋਂ ਸੰਤੁਸ਼ਟ ਵਾ। ਮਾਰ ਲਓ ਧਿਆਨ ਆਪੇ, ਮਾਰ ਲਓ। ਬਿਰਧ ਆਸ਼ਰਮਾਂ ਜਾ ਕੇ ਕਦੀ ਚੱਕਰ ਲਾ ਕੇ ਵੇਖੋ, ਪਤਾ ਲੱਗਦਾ। ਆ ਪਿੱਛੇ ਜੀ ਅਸੀਂ ਹਰਿਆਣੇ ਗਏ, ਸਿਰਸੇ ਤੋਂ ਅੱਗੇ ਐਲਨਾਬਾਦ, ਸਿਰਸੇ ਤੋਂ ਅੱਗੇ ਐਲਨਾਬਾਦ। ਲੁਧਿਆਣੇ ਤੋਂ ਕਿੰਨੇ ਕਿਲੋਮੀਟਰ ਹੈ? ਲਗਭਗ 250 ਕਿਲੋਮੀਟਰ ਲੁਧਿਆਣੇ ਤੋਂ। ਅਸੀਂ ਆ 5 ਦਿਨ ਪਹਿਲਾਂ ਹੀ ਉੱਥੇ ਗਏ ਸੀ। ਉੱਥੇ ਇੱਕ ਉਹਨਾਂ ਨੇ ਹਰ ਪ੍ਰਭ ਆਸਰਾ ਐਲਨਾਬਾਦ ਟਰਸਟ ਬਣਾਇਆ, ਹਰ ਪ੍ਰਭ ਆਸਰਾ ਐਲਨਾਬਾਦ ਟਰਸਟ। ਉਹਦੇ 'ਚ ਉਹਨਾਂ ਨੇ ਕੋਈ ਮਾਨਸਿਕ ਰੋਗੀ ਹੈ, ਕੋਈ ਬਜ਼ੁਰਗ ਹੈ, ਇੱਦਾਂ ਉਹਦੇ 'ਚ ਉਹਨਾਂ ਨੇ ਰੱਖੇ ਆ। 350 ਉਹਨਾਂ ਦੇ ਕੋਲ ਮਰੀਜ਼ ਹੈਗਾ। ਬੀਬੀਆਂ ਤੇ ਬੰਦੇ ਵੱਖਰੇ ਵੱਖਰੇ ਉਹਨਾਂ ਨੇ ਆਪਣੇ ਦਾ ਰੂਮ ਬਣਾਏ ਹੋਏ ਜਿੱਥੇ ਰਹਿੰਦੇ ਆ। ਉਹਨਾਂ 'ਚ ਇੱਕ ਮਾਤਾ ਹੈ, ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਇੱਕ ਬਹੁਤ ਅਮੀਰ ਪਰਿਵਾਰ ਦੀ, ਯਾਨੀ ਕਿ ਪੁੱਤਰ ਆਸਟ੍ਰੇਲੀਆ ਰਹਿੰਦਾ,
ਤੇ ਧੀ ਵੀ ਪਟਿਆਲੇ ਦੇ ਏਰੀਏ 'ਚ ਬਹੁਤ ਵੱਡੀ ਅਫਸਰ ਹੈ। ਉਸ ਪਰਿਵਾਰ ਤੋਂ ਫੋਨ ਆਉਂਦਾ ਉਸ ਆਸ਼ਰਮ 'ਚ। ਉਹ ਜਦੋਂ ਦੱਸ ਰਿਹਾ ਸੀ ਨਾ ਤੇ ਅੱਖਾਂ 'ਚ ਹੰਝੂ ਆ ਰਹੇ ਸੀ ਵੀ ਹੱਦ ਹੋ ਗਈ, ਸਮਾਜ ਇੱਥੇ ਪਹੁੰਚ ਗਿਆ। ਉਹਨਾਂ ਫੋਨ ਲਾਇਆ ਉਹਨਾਂ ਨੂੰ ਵੀ ਸਾਡੇ ਪਿੰਡ ਇੱਕ ਮਾਤਾ ਹੈ ਜੀ, ਉਹਨੂੰ ਤੁਸੀਂ ਲੈ ਜਾਓਗੇ? ਉਹ ਗਏ। ਉਹਨਾਂ ਕੋਠੀ ਦਾ ਜਦੋਂ ਜਾ ਕੇ ਵੇਖਿਆ, ਗੱਡੀਆਂ ਘਰ ਖਲੋਤੀਆਂ, ਬਹੁਤ ਵੱਡੀ ਕੋਠੀ ਹੈ। ਉਹ ਜਾ ਕੇ ਬਹਿ ਗਏ। ਉਹਨਾਂ ਸੋਚਿਆ ਵੀ ਪਿੰਡ ਵਿੱਚੋਂ ਕਿਸੇ ਮਾਤਾ ਨੂੰ ਭੇਜਣਾ ਹੋਣਾ ਇਹਨਾਂ ਨੇ। ਉਹਨਾਂ ਸੋਚਿਆ ਵੀ ਪਿੰਡ ਵਿੱਚੋਂ ਕਿਸੇ ਮਾਤਾ ਨੂੰ ਭੇਜਣਾ ਹੋਣਾ ਹੈ। ਕਹਿੰਦੇ ਅਸੀਂ ਬੈਠੇ ਰਹੇ, ਜਲ ਪਾਣੀ ਛਕਿਆ ਤੇ ਤੂੜੀ ਵਾਲੇ ਕਮਰੇ 'ਚੋਂ ਮਾਤਾ ਨੂੰ ਲੈ ਆਏ, ਸਾਡੇ ਨਾਲ ਤੋਰਤੀ। ਅਸੀਂ ਕਿਹਾ ਜੀ ਇਹ ਮਾਤਾ ਜੀ? ਕਹਿੰਦੇ ਪੁੱਤਰ ਕਿੱਥੇ? ਪੁੱਤਰ ਆਸਟ੍ਰੇਲੀਆ। ਪਿੰਡ ਦਾ ਸਰਪੰਚ ਵੀ ਵੇਰ ਗਿਆ, ਕਹਿੰਦਾ ਇਦਾਂ ਧੱਕਾ ਨਾ ਕਰੋ, ਮਾਂ ਨੂੰ ਉੱਥੇ ਨਾ ਭੇਜੋ, ਘਰ ਕਿੱਡਾ ਵਧੀਆ ਬਣਿਆ। ਹੁਣ ਉਸ ਮਾਂ ਨੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰ ਕਰਕੇ ਲਿਆ ਹੋਣਾ। ਉਹ ਬਾਅਦ ਵਿੱਚ ਪੰਚਾਇਤ ਨੇ ਇਹ ਸੋਚਿਆ ਵੀ ਇੱਕ ਵਾਰੀ ਧੀ ਨੂੰ ਪੁੱਛ ਲਈਏ, ਧੀ ਤੇ ਫਿਰ ਵੀ ਪੁੱਤ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ। ਧੀ ਨੂੰ ਫੋਨ ਲਾਈਏ। ਧੀ ਨੂੰ ਫੋਨ ਲਾਇਆ, ਉਹਦੀ ਲੈ ਜਾਓ। ਉਹ ਬੋਲੋ ਪਿਆਰਿਓ, ਉਹਦੀ ਲੈ ਜਾਓ। ਉਹਦੀ ਇਦਾਂ ਨਹੀਂ, ਅਸੀਂ ਸਿਗਨੇਚਰ ਕਰਾਉਣੇ ਆ ਵੀ ਕੱਲ ਨੂੰ ਇਹਦੀ ਡੈਥ ਵੀ ਹੋ ਗਈ, ਇਹਦੀ ਡੈੱਡ ਬੋਡੀ ਤੁਹਾਨੂੰ ਦੋਵਾਂ ਭੈਣ ਭਰਾਵਾਂ ਨੂੰ ਨਹੀਂ ਮਿਲੇਗੀ। ਉਹ ਕਹਿੰਦੀ ਮੈਂ ਕਰਨ ਨੂੰ ਤਿਆਰ ਹਾਂ। ਕਹਿੰਦੇ ਅਸੀਂ ਇੱਥੋਂ ਗੱਡੀ ਉਧਰ ਨੂੰ ਪਾ ਲਈ। ਉਹ ਪਟਿਆਲੇ ਵੱਲੋਂ ਤੁਰ ਪਏ ਤੇ ਕਹਿੰਦੇ ਅਸੀਂ ਜਦੋਂ ਸਿਗਨੇਚਰ ਕਰਾਏ, ਉਸ ਮਾਂ ਦੀ ਧੀ ਨੇ ਅੱਗੇ ਹੋ ਕੇ ਵੇਖਿਆ ਨਹੀਂ ਮੇਰੀ ਮਾਂ ਗੱਡੀ 'ਚ ਬੈਠੀ ਕਿੱਥੇ ਹੈ। ਉਹ ਗੱਡੀ ਕਾਲੀਆਂ ਨੇ ਐਨਕਾਂ ਲਾਈਆਂ, ਧੀ ਗੱਡੀ 'ਚ ਉਤਰੀ, ਸਾਈਨ ਕਰਕੇ ਜਾ ਕੇ ਗੱਡੀ 'ਚ ਬਹਿ ਗਈ। ਹੁਣ ਇਹ ਉਹ ਲੋਕ ਆ ਜਿਹੜੇ ਕੁੱਤਿਆਂ ਮਗਰ ਦੁੱਧ ਤੇ ਬਰੈਡ ਚੱਕੀ ਫਿਰਦੇ ਆ, ਗਾਵਾਂ ਨੂੰ ਪੇੜੇ ਚਾਰਦੇ ਫਿਰਦੇ ਆ ਵੀ ਸਾਨੂੰ ਗਾਂ ਨਾਲ ਬੜਾ ਪਿਆਰ ਹੈ, ਮਾਂ ਸਾਡੀ। ਜਨਮ ਹੁਣ ਤੁਸੀਂ ਇਹ ਨਾ ਸੋਚੋ ਵੀ ਬੇ ਔਲਾਦ ਲੋਕ ਹੀ ਬਿਰਧ ਆਸ਼ਰਮਾਂ 'ਚ ਤੁਰੇ ਫਿਰਦੇ ਆ, ਔਲਾਦ ਵਾਲੇ ਵੀ ਤੁਰੇ ਫਿਰਦੇ ਆ। ਤੇ ਸਾਡੇ ਲੋਕਾਂ ਨੂੰ ਫੇਰ ਵੀ ਅਕਲ, ਫੇਰ ਭੱਜੇ ਫਿਰਦੇ ਕਮਿਸ਼ਨਾਂ ਮਗਰ 10,000 ਰੁਪਏ ਲੈ ਕੇ। ਉਹ ਬਾਬਾ ਜੀ ਅਰਦਾਸ ਕਰਦੇ, ਉਹ ਕਹਿੰਦਾ ਮੈਂ ਪਿਛਲੇ ਸਾਲ ਅਰਦਾਸ ਕੀਤੀ ਸੀ, ਆ ਵੇਲੋ ਇੱਕ ਪੁੱਤ ਹੋ ਗਿਆ ਜੀ। ਕੋਈ ਬਾਬਿਆਂ ਮਗਰ ਤੁਰੇ ਫਿਰਦਾ। ਦੱਸ ਦਿਓ ਮੇਰੀਆਂ ਗੱਲਾਂ ਚੁੱਭਦੀਆਂ ਕੀਆਂ ਵੀ ਤੁਸੀਂ ਇਦਾਂ ਕਿਉਂ ਬੋਲਦੇ ਹੋ? ਦੱਸ ਦਿਓ ਇਦਾਂ ਨਹੀਂ ਹੋ ਰਿਹਾ। ਤੇ ਘਰਾਂ 'ਚ ਬਾਬਿਆਂ ਨੂੰ ਚਰਨ ਪਾਉਂਦੇ, ਬਾਬਾ ਜੀ ਚਰਨ ਪਾ ਦਿਓ ਜੀ, ਸਾਡੇ ਘਰ ਪੁੱਤ ਹੋ ਜੇ ਜੀ। ਉਹ ਭਲਿਓ ਇਹ ਕਹੋ ਸੱਚੇ ਪਾਤਸ਼ਾਹ ਜੇ ਔਲਾਦ ਦੇਣੀ ਤੇ ਭੈ ਭਾਵਨੀ ਵਾਲੀ ਦੇਈ, ਨਹੀਂ ਤੇ ਅਸੀਂ ਠੀਕ ਇਦਾਂ ਹੀ ਠੀਕ ਆ। ਇਹ ਭੁਲੇਖਾ ਦਿਮਾਗ 'ਚੋਂ ਆਪਣੇ ਕੱਢ ਦਿਓ, ਆਪਣੇ ਦਿਮਾਗ 'ਚੋਂ। ਤੇ ਇਦਾਂ ਦੇ ਸੈਂਕੜੇ ਕੇਸ ਇਦਾਂ ਦੇ ਆ। ਇਹ ਤੇ ਸਾਡੇ ਸਾਹਮਣੇ ਇੱਕ ਆਇਆ, ਇਦਾਂ ਦੇ ਸੈਂਕੜੇ ਕੇਸ ਵਾ ਜਿੱਥੇ ਲੋਕ ਆਪਣੇ ਬਜ਼ੁਰਗਾਂ ਨਾਲ ਧੱਕਾ ਪੈ ਕੇ, ਸ਼ਾਇਦ ਇਦਾਂ ਪਸ਼ੂ ਵੀ ਨਹੀਂ ਕਰਦਾ। ਆਪਣੇ ਘਰ 'ਚ ਮੱਝ ਦੀ ਡੈਥ ਹੋ ਜਾਏ ਨਾ ਤੇ ਕਈ ਵਾਰੀ ਰਾਤ ਨੂੰ ਪਸ਼ੂ ਰੱਜ ਕੇ ਪੱਠੇ ਨਹੀਂ ਖਾਂਦੇ, ਅਗਲੇ ਦਿਨ ਉਹਨਾਂ ਦੇ ਦੁੱਧ ਤੇ ਅਸਰ ਪਿਆ ਹੁੰਦਾ ਵੀ ਉਹਨਾਂ ਨੇ ਮਹਿਸੂਸ ਕੀਤਾ ਵੀ ਇੱਕ ਕੱਲ ਮੱਝ ਗਾਂ ਸਾਡੇ ਵਿੱਚੋਂ ਚਲੇ ਗਈ ਆ। ਡੰਗਰ ਵੀ ਰਾਤ ਚੰਗੀ ਤਰ੍ਹਾਂ ਪੱਠੇ ਨਹੀਂ ਖਾਂਦੇ। ਤੁਹਾਡੇ ਜੋ ਕਿਸਾਨੀ ਕਿੱਤੇ ਵਾਲਿਆਂ ਨੂੰ ਪਤਾ ਵੀ ਜੇ ਘਰ 'ਚੋਂ ਮੱਝ ਗਾਂ ਦੀ ਡੈਥ ਹੋਵੇ ਨਾ ਤੇ ਉਹਦੇ ਨਾਲ ਰਹਿਣ ਵਾਲੇ ਜਿਹੜੇ ਜਾਨਵਰ ਵਾ, ਘਰ 'ਚ ਮੱਝਾਂ ਗਾਵਾਂ ਬੱਝੀਆਂ, ਅਗਲੇ ਦਿਨ ਉਹਨਾਂ ਦੇ ਦੁੱਧ ਤੇ ਅਸਰ ਪਿਆ ਹੁੰਦਾ। ਕਿਉਂ? ਕਿਉਂਕਿ ਉਹਨਾਂ ਦੀ ਰੂਹ ਨਹੀਂ ਸੀ ਖੁਸ਼ ਵੀ ਇੱਕ ਜਾਨਵਰ ਸਾਡੇ ਘਰੋਂ ਅੱਜ ਚਲਾ ਗਿਆ। ਇੱਕ ਜਾਨਵਰ ਅੰਦਰ ਵੀ ਫੀਲਿੰਗ ਹੈ। ਤੇ ਜਿਹਨੇ ਆਪਣੀ ਮਾਂ ਵੱਲ ਨਹੀਂ ਗਾਂਹ ਹੋ ਕੇ ਵੇਖਿਆ, ਹੁਣ ਪੁੱਤ ਆਸਟ੍ਰੇਲੀਆ ਹੋਵੇ, ਹੁਣ ਉਹੋ ਜਿਹਾ ਬੰਦਾ ਕਵੇ ਬਾਹਰੋਂ ਐਂ ਕਰੋ 1 ਲੱਖ ਭੇਜਦਾ ਦਰਬਾਰ ਸਾਹਿਬ ਚਾਂਦਨੀ ਚੰਦੋਆ ਲਾਉਣਾ, ਕੀ ਕਰਨਾ ਮਹਾਰਾਜ ਨੇ ਤੇਰਾ ਚੰਦੋਆ ਬਈ? ਉਹ ਬੋਲੋ ਭਾਈ, ਮਹਾਰਾਜ ਨੇ ਤੇਰੀ ਪਾਲਕੀ ਨੂੰ ਕੀ ਕਰਨਾ? ਇਹੋ ਜਿਹਾ ਬੰਦਾ ਕਵੇ ਮੇਰੇ ਕੋਲੋਂ ਪੈਸਾ ਲੈ ਕੇ ਤੁਸੀਂ ਪਿੰਡ 'ਚ ਲੰਗਰ ਲਾ ਦਿਓ, ਕੀ ਕਰਨਾ ਭਾਈ? ਦੂਜੇ ਨੂੰ ਰੋਟੀ ਖਵਾਈ ਜੇ ਜਨਮ ਦੇਣ ਵਾਲੀ ਮਾਂ ਨੂੰ ਨਹੀਂ ਪੁੱਛਿਆ ਤਾਂ। ਸਤਿਗੁਰ ਦੀ ਬਾਣੀ ਸਾਨੂੰ ਇਹ ਗਿਆਨ ਹੈ, ਇਸੇ ਨੂੰ ਆਖਿਆ ਸੀ ਗਿਆਨ ਕਬੀਰਾ, ਜਹਾਂ ਗਿਆਨ ਤਾਂ ਧਰਮ ਹੈ। ਅੱਜ ਅਸੀਂ ਇਸ ਸਮਝ ਤੋਂ ਸਕਣੇ ਹੋ ਗਏ, ਇਸੇ ਕਰਕੇ ਧਰਮ ਫੈਲ ਗਿਆ। ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ। ਤੇ ਜਿਹਦੇ ਅੰਦਰ ਗਿਆਨ ਹੁੰਦਾ, ਜਿਹੜਾ ਸੱਚ ਦਾ ਸੇਵਕ ਹੁੰਦਾ, ਫਿਰ ਉਹ ਕੀ ਕਰਦਾ? ਅੰਤਰ ਵਸੈ, ਉਹਦਾ ਮਨ ਫਿਰ ਅੰਤਰਾਤਮੇ ਟਿਕਦਾ। ਅੰਤਰਾਤਮੇ ਉਹਦਾ ਫਿਰ ਮਨ ਆਪਣੇ ਅੰਦਰ ਨਿਜ ਘਰ ਚ ਆਉਂਦਾ। ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ। ਜਿਹਦੇ ਮਨ ਨੂੰ ਅਸਲੀ ਅੰਮ੍ਰਿਤ ਦਾ ਪਤਾ ਲੱਗ ਗਿਆ, ਉਹ ਇਹ ਅੰਮ੍ਰਿਤ ਛੱਡ ਕੇ ਜ਼ਹਿਰ ਕਿਉਂ ਖਾਊ ਬਈ? ਜਿਹਨੂੰ ਇਹ ਸਮਝ ਲੱਗ ਗਿਆ, ਜਿਹਨੂੰ ਇਹ ਸਮਝ ਲੱਗ ਗਈ ਵੀ ਘਰ ਜਿਹੜੀ ਮਾਂ ਹੈ ਨਾ, ਇਹ ਵੀ ਮੇਰੇ ਵਾਸਤੇ ਰੱਬ ਨਾਲੋਂ ਘੱਟ ਨਹੀਂ। ਉਹ ਫਿਰ ਇਦਾਂ ਕਹਿੰਦਾ, ਮਾਤਾ ਤੇਰੇ ਕੋਲ ਬੈਠਾ, ਤੇਰੇ ਨਾਲ 2 ਗੱਲਾਂ ਕਰ ਲੈਣਾ, ਮੈਂ ਸਮਝ ਲਓ ਗੁਰਦੁਆਰੇ ਹੋ ਆਇਆ। ਜਦੋਂ ਬਾਪੂ ਮੈਂ ਤੇਰੇ ਨਾਲ 2 ਗੱਲਾਂ ਕਰ ਲੈਣਾ ਨਾ, ਮੈਂ ਗੁਰਦੁਆਰੇ ਮੱਥਾ ਟੇਕ ਆਇਆ। ਜਦੋਂ ਮੈਂ ਤੇਰੇ ਨਾਲ 2 ਬਾਤਾਂ ਪਾ ਲੈਣਾ, ਮਾਰੋ ਧਿਆਨ, ਅੱਜ ਘਰਾਂ 'ਚ ਮਾਹੌਲ ਹੈਗੇ ਇਦਾਂ ਦੇ ਨਹੀਂ ਹੈਗੇ। ਰੁੱਖੇ ਹੋ ਗਏ ਸੀ, ਰੁੱਖਾਪਨ ਆ ਗਿਆ।
किसानी किते वाले नूं पता है, मझां गावां च भी किसान जदों घुमदा ना इदां, मझां भी खुश हुंदियां भी मेरा मालक मेरे च घुम रिहा। जदों फसल दे विचों दी किसान गेड़ा मार के आउंदा सी ना, फसल ते जोबन आउंदा भी मेरा मालक मेरे विच घुम रिहा। जे फसल नूं इस गल दी फीलिंग हैगी आ, जे मझां गावां नूं इह फीलिंग आ, ते जिन्ना जिहड़े साडे घर दे मैंबर आ, जे उन्हां नाल बैठ के दो गल्लां, माफ़ करना, जे परिवारां च रहना आ जाए ना, साडे गलों दवाई लै सकदी, जिहड़ी मैडिसन हज़ारां दी खा रहे ना, ये अपने घरों अपने आप गलों लै जाणी है। कईयां दे घरां 2-2 3-3 हज़ार की दवाई महीने की आ रही है। तो रोग काहदा? अंदरों मन अपसैट आ, क्योंकि पहला मन रोगी हुंदा, तन रोगी बाद च हुंदा। क्योंकि खसम विसार किए रस भोग, तां तन उठ खलोए रोग। मन अंधे को मिले सजाए, वैद ना भुले दारू। पहला मन रोगी हुंदा, तन रोगी बाद विच हुंदा। ते अज मन का इलाज साडे कोल है ही नहीं। मन का इलाज सी मेरा वैद गुरु गोबिंदा, हर हर नाम औखद मुख देवे काटै जम की बंदा। अंतर वसै ना बाहर जाए, अंतर वसे। अंतर वसे का अर्थ पता की है? जिहड़ी आपां गल आरंभ कीती, अपने आप नाल लड़, तेरे अंदर अमृत पिया होया। मन रे थिर रहो, मत कत जाही जियो, बाहर ढूंढत बहुत दुख पावे, कर अमृत घट माही जियो। तेरे अंदर ना अमृत भरिया पिया, जिन्ना मर्जी पीला बाटे भर भर के, बंदे दे अंदर ही अमृत है। केड़ा? मत विच रतन जवाहर मानक, जे गुर की सिख सुनी। तेरे अंदर ही रतन जवाहर मानक पे होए आ, गुरु की सिक्ख्या सुन ला, तेरे अंदर में प्रगट हो जाने। हीरे जवाहरात पे, पर असीं अपने अंदरों हीरे जवाहरात प्रगट करना भुल गए। अंतर वसै ना बाहर जाए, अमृत छोड़ काहे बिख खाए। क्यों बिख खाना? बिख की है भला? विषय विकार भोगने। ज्ञान ध्यान सब कोई रवै। अच्छा, ज्ञान दीयां गल्लां सारे नूं आउंदियां, जबानी कलामी मां बारे सारे पता, वड्डियां दी सेवा करनी चाहिए है, वड्डियां दा सत्कार कर। कई बंदियां कोलों मां ते लैक्चर करा लो, भावें ज्ञान हैगा वा, ज्ञान हैगा, पर बंधना च बझा होया काम फिर हो करी जांदा। ज्ञान ध्यान सब कोई रवै। ज्ञान ध्यान रवण दा अर्थ हुंदा है ज्ञान दीयां गल्लां जिन्नियां मर्जी करा लो। जिवें सौखी गल समझ लेना, जो इलैक्शन आने वाली हो, उस तो पहला ज्ञान दीयां गल्लां सारिआं नूं पता ना, वो लीडर लुट के खा गए, साडा कोह नहीं लीडरां सवारिया। ये ज्ञान हैगा ना सारिआं नूं? क्यों साध संग जी? ते वोट फिर उन्होंने पा देनी। वो बोलो भाई, ऐसा कही जाना वा, लीडर ने कुछ नहीं सवारिया, साडा बेड़ा गर्क करता, तो जिस दिन वोट की वारी आनी है उस दिन बोलो भाई फिर वोट उन्होंने पा देनी। इनू कहते हैं ज्ञान हैगा सी, पर बंधन बंधिया, बंधना च बद्धा होया ना, उत्थे ही पावे। जिवें वो कोलू नहीं सी, तेली दे कोल बल्द नहीं सी, उहदी अखां ते खोपे लाए, जैसे बैल तेली को जान तो कई कोस चलियो। भाई गुरदास जी लिखते आ भी बल्द सी तेली दे कोल, वो की करदा सी। हुण पुराने समय टोके वेखे आपां, नौजवानों नूं ते शायद ना, बजुर्गों नूं पता भी, जिहड़े बल्दां वाले टोके, छे टिंडा, जिहड़े टिंडां वाले खूह, वो भी इदां हुंदे सी, अखां ते खोपे ला देने, एक बारी सोटी मार देनी। हुण बल्द दे दिमाग च भी मगर मेरे किसान कोई हैगा वा, उन्हें नाल पट्ठे कुतरी जाने, जेड़े टिंडा वो अपने आप चली जानियां, बल्द दे मगर बंदा कोई भी है नहीं। कई बार उन्होंने सोटी लाई थी, आपे वो लत्तां वजी जाती थी, उन्होंने लगना मेरे मगर बंदा है। हुण भाई गुरदास जी ने कमाल की एग्जाम्पल दी है, कहते भी इदा ही ना, कोलू गेड़न वास्ते तेली ने बल्द रखा, वो अखां ते खोपे लाए आ, ते बल्द बेचारे तुरे जाते आ, तुरे जाते आ, तुरे जाते आ, तुरे जाते आ। एक बल्द दूजे बल्द नूं पुछदा आपां किन्नी क दूर आ गए हैं? आंदा मैनूं ते पता नहीं, मेरे ते अखां ते खोपे आ, तैनूं पता होना आपां किन्नी क दूर आए हैं? आंदा अखां ते खोपे मेरे भी आ। कहंदा अच्छा, आंदा फिर ते बहुत दूर आ गए होना, ना उत्ते तेली होना ते ना उत्ते कोलू होना। आंदा हाँ, जदों अखां तो लाए खोपे, ओहो ही तेली, ओहो ही कोलू ते ओहो ही
ਥਾਂ ਤੁਰੇ ਬਹੁਤ ਸੀ ਨਾ। ਉਹ ਬੋਲੋ ਭਾਈ, ਬਲਦ ਵੀ ਤੁਰਦੇ ਆ ਨਾ। ਇਹ ਐਗਜ਼ਾਮਪਲ ਦੇ ਕੇ ਸਮਝਾਇਆ, ਬੰਦਿਆ ਤੁਰਿਆ ਤੂੰ ਵੀ ਬੜਾ। ਦਾਦਾ ਵੀ ਉਸੇ ਕਬਰ 'ਚ, ਯਾਨੀ ਕਿ ਉੱਥੇ ਮੜੀ ਤੇ ਦੀਵਾ ਦਾਦੇ ਜਗਾਇਆ, ਉਸੇ ਤੇ ਜਗਾਇਆ ਪੜਦਾਦੇ ਨੇ, ਉਸੇ ਤੇ ਜਗਾਇਆ ਪਿਓ ਨੇ, ਤੇ ਅੱਗੇ ਹੁਣ ਆਪਾਂ ਕਿੱਦਾਂ ਪਿੱਛੇ ਰਵਾਂਗੇ। ਯਾਨੀ ਕਿ ਤੁਰਦੇ ਆਪਾਂ ਵੀ ਬਹੁਤ ਆ, ਪਰ ਉਹਨਾਂ ਬਲਦਾਂ ਵਾਂਗੂ ਘੁੰਮੀ। ਅੱਛਾ, ਇਦਾਂ ਹੀ ਲੀਡਰ ਚੁਣਨ ਵੇਲੇ ਆ, ਸਫ਼ਰ ਬਹੁਤ ਕਰਦੇ ਆ, ਗੱਲਾਂ ਬਹੁਤ ਕਰਦੇ ਆ। ਹੁਣ ਵੇਖੋ ਕਿੱਦਾਂ ਅੰਦੋਲਨ ਹੈ, ਬੜਾ ਕੁਝ ਹੋਣਾ ਹੈ, ਪਰ ਅਸੀਂ ਫੇਰ ਭੁੱਲ ਜਾਣਾ ਜਦੋਂ ਬਾਈ ਆਉਣੀ ਹੈ। ਹੁਣ ਮੌਕਾ ਉਹਨਾਂ ਲੀਡਰਾਂ ਦੇ ਚਿਹਰੇ ਚੇਤਾ ਰੱਖਣ ਦਾ। ਕਿਉਂ ਸਾਧ ਸੰਗਤ ਜੀ? ਉਹ ਬੋਲੋ ਭਾਈ, ਹੁਣ ਮੌਕਾ ਉਹਨਾਂ ਲੀਡਰਾਂ ਦੇ ਚਿਹਰੇ ਚੇਤਾ ਰੱਖਣ ਦਾ ਵੀ ਇਹ ਕੰਮ ਲੀਡਰਾਂ ਦਾ ਹੁੰਦਾ। ਹੁਣ ਜੇ ਮੰਨ ਲਓ ਲੀਡਰ ਅੱਗੇ ਹੋ ਕੇ ਬੈਠਣ, ਸਭ ਤੋਂ ਅੱਗੇ ਲੀਡਰ ਬੈਠੇ ਹੋਣ ਉੱਥੇ, ਉਹ ਵਿਛਾੜਾਂ ਕਰ ਰਹੀਆਂ, ਸੋਚਣਗੇ ਤਾਂ ਜ਼ਰੂਰ ਨਾ ਇੱਕ ਵਾਰ ਵੀ ਇਹ ਵੀ ਸਾਡੇ ਵਰਗੇ ਲੀਡਰ ਹੀ ਆ। ਅਗਲੇ ਨੂੰ ਪਤਾ ਆਮ ਬੈਠੇ ਆ, ਫਰਕ ਹੈ। ਮੋਹਰੀ ਕਤਾਰ 'ਚ ਬੜੇ ਬੜੀਆਂ ਪੰਚਾਇਤਾਂ ਅੱਗੇ ਬਹਿੰਦੀਆਂ ਜਾ ਕੇ, ਜਿਨ੍ਹਾਂ ਦੇ ਕਹਿਣ ਤੇ ਅਸੀਂ ਵੋਟਾਂ ਪਾਉਂਦੇ ਹਾਂ। ਬੜੇ ਬੜੇ ਲੀਡਰ ਜਾ ਕੇ ਬਹਿੰਦੇ, ਉਹ ਸਾਧ ਬਹਿੰਦੇ ਜਿਹੜੇ ਕੁਇੰਟਲ ਤੋਂ ਸਵਾ 1 ਕੁਇੰਟਲ 20 ਕਿਲੋ ਦੀ ਬੋਰੀ ਸੁੱਟ ਜਾਂਦੇ ਆ ਕਿਸਾਨ ਦੇ ਘਰ। ਤੇ ਕਿਸਾਨ ਨੂੰ ਇਹ ਨਹੀਂ ਪੁੱਛਦੇ ਖਾਦ ਕਿੰਨੀ ਕੁ ਪਈ ਹੈ, ਡੀਜ਼ਲ ਦੇ ਪੈਸੇ ਦੇਣ ਵਾਲੇ ਹੈਗੇ ਜੇ ਕਿ। ਉਹ ਬੋਲੋ ਭਾਈ, ਹੰਗਾਰਾ ਹੀ ਭਰ ਦਿਓ, ਤੁਹਾਡੇ ਵੱਲ ਕੈਮਰਾ ਹੈ ਨਹੀਂ ਆ। ਸਹੁੰ ਰੱਬ ਦੀ ਤੁਹਾਡੀ ਫੋਟੋ ਕਿਸੇ ਦੀ ਨਹੀਂ ਆਉਣੀ। ਨਾ ਸਾਧ ਤੇ ਨਾ ਲੀਡਰ ਜਿਹੜੇ ਸਵਾ ਕੁਇੰਟਲ ਦੀ ਬੋਰੀ ਸੁੱਟ ਜਾਂਦੇ ਇਦਾਂ। ਵੇਖੋ ਕਿਦਾਂ ਹਰਲ ਹਰਲ ਕਰਦੀਆਂ। ਆ ਵੇਖੋ ਕਣਕਾਂ ਜਦੋਂ ਹੋਣੀਆਂ ਕਿਦਾਂ ਗੱਡੀਆਂ ਪਹਿਲਾਂ ਹੀ ਭੱਜੀਆਂ ਫਿਰਨੀਆਂ ਬੰਨੇ ਬੰਨੇ ਪਹਿਲਾਂ। ਤੇ ਕਈ ਪਿੰਡਾਂ 'ਚ ਨਾਲ ਤੁਰਦੇ ਗਰਾਈ ਕਰਾਉਣ, ਬਾਬਿਆਂ ਦੀ ਗਰਾਈ ਕਰਾਉਣੀ, ਨਾਲ ਤੁਰੋ ਤਗੜੇ ਹੋ ਕੇ। ਚੇਤੇ ਰੱਖਿਓ ਚਿਹਰੇ ਹੈਗੇ ਤੇ ਕੁਝ ਬਾਬਿਆਂ ਨੇ ਵੀ ਲੰਗਰ ਲਾਏ, ਉਹਨਾਂ ਗਾੜੀ ਸਿਰ ਝੁਕਦਾ। ਕੁਝ ਬਾਬੇ ਹੈਗੇ ਆ ਜਿਨ੍ਹਾਂ ਨੇ ਸਾਥ ਦਿੱਤਾ, ਪਰ ਉਂਗਲਾਂ ਤੇ ਗਿਣਨ ਜੋਗੇ। ਬਹੁਤੇ ਵਿਚਾਰੇ ਆਪਣੀ ਭੋਰਿਆਂ 'ਚੋਂ ਬਾਹਰ ਨਿਕਲਣ ਜੋਗੇ ਹੈਗੇ ਹੀ ਨਹੀਂ। ਅਗਲੇ ਨੂੰ ਪਤਾ ਜਦੋਂ ਵਾਛੜ ਪਈ ਅੱਗੇ ਅਥਰੂ ਗੈਦਾ ਗੋਲਾ ਚੱਲਿਆ, ਬਾਬੇ ਤੇ ਅੱਡੀ ਨਾਲ ਅੱਡੀ ਅੜ ਕੇ ਡਿੱਗ ਪੈਣਾ। ਕਿਉਂਕਿ ਬੜੇ ਬੜੇ ਟਰੱਕਾਂ ਜਿਹੜੇ ਬਾਬੇ ਅਗਲੇ ਨੂੰ ਸਾਹਮਣੇ ਕਿਹੜੇ ਸੌਖੇ ਆ। ਜਿਵੇਂ ਓਵਰਲੋਡ ਟਰੱਕ ਨਹੀਂ ਹੁੰਦਾ ਵੀ 30 ਟਨ ਮਾਲ ਲੱਦੀ ਟਰੱਕ ਦੇ ਉੱਤੇ, ਤੇ ਪਾਸਿੰਗ ਹੁੰਦੀ 30 ਟਨ ਦੇ ਮਾਲ ਲੱਦਿਆ 40 ਟਨ। ਕਮਾਨੀਆਂ ਦੇ ਟਰੱਕ ਦੀਆਂ ਟੁੱਟਣੀਆਂ। ਕਈ ਦੇਹਧਾਰੀ ਬਾਬਿਆਂ ਨਾਲ ਵੀ ਐਸਾ ਹੈ, ਉਹ ਫਿਰ ਲੱਤਾਂ ਭਾਰ ਨਹੀਂ ਚੱਲਦੀਆਂ। ਲੋਕ ਤੇ ਪਲੇ ਹੋਏ ਕਿਹਨਾਂ ਤੋਂ ਆ, ਇਹ ਪਤਾ ਤੁਹਾਨੂੰ ਸਾਰਾ ਹੀ ਹੈ। ਮੱਝ ਇੱਕ ਨਹੀਂ ਹੈਗੀ ਡੇਰੇ 'ਚ, ਗਾਂ ਇੱਕ ਨਹੀਂ ਹੈਗੀ, ਪਿੰਡਾਂ 'ਚੋਂ ਗਾਜੀ ਰੱਖੇ ਹੋਏ ਆ, ਦੁੱਧ ਇਕੱਠਾ ਕਰਕੇ ਚੜਾਈ ਜਾਂਦੇ ਉਸ ਤਗੜੇ ਹੋ ਕੇ। ਆਪੇ ਡੇਰੇ ਜਾਂਦੇ, ਮੁੜ ਕੇ ਉਹ ਸਾਡੇ ਕੀਤਾ ਹੋਇਆ ਪਿੰਡ ਦਾ ਦੁੱਧ ਇਕੱਠਾ ਜਦੋਂ ਸੰਘਣੀ ਚਾਹ ਬਣਾ ਕੇ ਪਿਆਉਂਦੇ ਆ, ਕਹਿੰਦੇ ਵੀ ਬੱਲੇ ਬੱਲੇ ਕਮਾਲ ਹੋ ਗਈ ਚਾਹ। ਵੀ ਉਹ ਜੱਗ ਭਰ ਕੇ ਆਪੇ ਕਾੜ ਕੇ ਪੀ ਲਓ, ਇੱਥੇ ਘਰੇ ਤੁਹਾਡੇ ਹੀ ਤਾਂ ਦੁੱਧ ਵਾ। ਸਾਡੀ ਕੌਮ ਸਿਆਣੀ, ਮਾਫ ਕਰਨਾ, ਜਿੱਥੇ ਲੰਗਰ ਦੀ ਜ਼ਰੂਰਤ ਸੀ ਹੁਣ ਲੱਗੇ ਆ। ਕਲਾਨੌਰ ਤੋਂ ਇਹ ਇਲਾਕੇ 'ਚ ਜਦੋਂ ਉਧਰ ਟਰਾਲੀਆਂ ਗਈਆਂ ਸੀ, ਜਦੋਂ ਦੁਰਾਏ ਉੱਥੇ ਚਾਹ ਪਾਣੀ ਦਾ ਲੰਗਰ ਲਾਇਆ, ਤੇ ਕਿਸਾਨ ਦੱਸਦੇ ਸੀ ਚਾਹੀਦਾ ਸੀ, ਜਿੱਦਾਂ ਅਸੀਂ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਕਿੰਨੇ ਲੰਗਰ ਲੱਗਦੇ ਆ, ਪੈਰ ਪੈਰ ਤੇ ਕਿਸਾਨਾਂ ਦੇ ਅੱਗੇ ਜਲ ਪਾਣੀ ਛਕਾਇਆ ਜਾਂਦਾ ਵੀ ਭਰਾਓ ਤੁਸੀਂ ਦਿਨ ਰਾਤ ਮਿਹਨਤ ਕੀਤੀ, ਆਓ ਤੁਹਾਡੀ ਸੇਵਾ ਕਰੀਏ। ਹਰਿਆਣੇ 'ਚ ਲਾਏ ਥਾਂ ਥਾਂ ਤੇ ਉਹਨਾਂ ਲੰਗਰ, ਅਜੇ ਕਿਸਾਨ ਆਪਣਾ ਪ੍ਰਬੰਧ ਕਰਕੇ ਗਏ ਆ ਉੱਥੇ। ਇਹ ਜੰਗ ਸਾਡੀ ਸਾਂਝੀ ਆ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਾਹਰਲੀਆਂ ਕੰਟਰੀਆਂ ਤੱਕ ਇਹ ਆਵਾਜ਼ ਉੱਠੀ ਆ। ਕਈ ਐਸੇ ਭਰਾ ਸਾਡੇ ਬਾਹਰੋਂ ਫੋਨ ਕਰਦੇ ਆ, ਕਹਿੰਦੇ ਬੈਠੇ ਇੱਥੇ ਆ, ਰੂਹ ਇੱਥੇ ਆ, ਨੀਂਦ ਨਹੀਂ ਆਉਂਦੀ ਰਾਤ ਨੂੰ ਜਦੋਂ ਅਸੀਂ ਆਪਣੇ ਪੁਰਖਿਆਂ ਨੂੰ ਸੜਕਾਂ ਤੇ ਬੈਠਿਆਂ ਵੇਖਦੇ ਹਾਂ। ਜਿਨ੍ਹਾਂ ਅੰਦਰ ਦਿਲ ਹੈਗਾ, ਜਿਨ੍ਹਾਂ ਅੰਦਰ ਫੀਲਿੰਗ ਆ, ਜਿਨ੍ਹਾਂ ਅੰਦਰ ਅਹਿਸਾਸ ਆ ਕਿ ਭਾਵੇਂ ਸਾਡਾ ਇੱਥੇ ਕੋਈ ਪਰਿਵਾਰ ਦਾ ਮੈਂਬਰ ਨਹੀਂ, ਪਰ ਅਸੀਂ ਬਜ਼ੁਰਗਾਂ ਨੂੰ ਸੜਕਾਂ ਤੇ ਬੈਠਿਆਂ ਮਹਿਸੂਸ ਕਰਦੇ ਸਾਡਾ ਆਪਣਾ ਵਾ। ਤੇ ਉਹ ਵੀ ਲੋਕ ਹੈਗੇ ਜਿਹੜੇ ਆਪਣੀ ਮਾਂ ਦਾ ਤੇ ਪਿਤਾ ਦਾ ਦਰਦ ਵੀ ਮਹਿਸੂਸ ਨਹੀਂ ਕਰਦੇ। ਇਸ ਕਰਕੇ ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਭਵੈ। ਪਾਤਸ਼ਾਹ ਜੀ ਕਹਿੰਦੇ ਨੇ ਗਿਆਨ ਧਿਆਨ ਦੀਆਂ ਗੱਲਾਂ ਬਹੁਤ ਹੈ, ਪਰ ਬੰਦਾ ਮੋਹ ਦੀਆਂ ਵਿਸ਼ਿਆਂ ਵਕਾਰਾਂ ਦੀਆਂ ਫਾਹੀਆਂ 'ਚ ਵੱਜਾ ਹੋਇਆ ਤੁਰ ਰਿਹਾ ਹੈ। ਸੇਵਾ ਕਰੇ ਸੋ ਚਾਕਰ ਹੋਏ। ਜਿਹੜਾ ਬੰਦਾ ਸੱਚ ਨਾਲ ਜੁੜਦਾ ਉਹੀ ਅਸਲੀ ਸੇਵਾ ਕਰ ਸਕਦਾ ਹੈ। ਜਲ ਥਲ ਮਈਲ ਰਵ ਰਹਿਆ ਸੋਏ। ਉਹਨੇ ਜਲ ਵਿੱਚ, ਥਲ ਵਿੱਚ ਤੇ ਮਈਲ, ਇਹ ਤਿੰਨ ਚੀਜ਼ਾਂ ਨੇ। ਜਲ ਥਲ ਮਈਲ ਰਵ ਰਹਿਆ ਸੋਏ। ਉਹਨੂੰ ਹਰ ਥਾਂ ਤੇ ਵਿਆਪਕ ਰੱਬ ਦਿਸ ਪਿਆ। ਹਮ ਨਹੀਂ ਚੰਗੇ, ਹਮ ਦਾ ਅਰਥ ਕੀ? ਹਉਮੈ। ਹਉਮੈ, ਹਉਮੈ ਚੰਗੀ ਚੀਜ਼ ਨਹੀਂ ਹੈਗੀ। ਜਿਹਨੂੰ ਸਮਝ ਆ ਗਈ ਵੀ ਹਉਮੈ ਹਮ ਨਹੀਂ ਚੰਗੇ, ਹਉਮੈ ਚੰਗੀ ਚੀਜ਼ ਨਹੀਂ। ਜਿਹਨੂੰ ਇਹ ਸਮਝ ਆ ਗਈ ਹਮ ਨਹੀਂ ਚੰਗੇ, ਬੁਰਾ ਨਹੀਂ, ਜਿਹਨੂੰ ਇਹ ਪਤਾ ਲੱਗ ਗਿਆ ਵੀ ਹਉਮੈ ਚੰਗੀ ਚੀਜ਼ ਨਹੀਂ, ਉਹਦੇ ਵਾਸਤੇ ਬੁਰਾ ਫਿਰ ਹੈ ਹੀ ਕੁਝ ਨਹੀਂ। ਹਉਮੈ ਤੇ ਹੈ ਜਿਹੜੀ ਪ੍ਰਮਾਣ ਪੱਤਰ ਦੇ ਰਹੀ ਹੈ, ਸਰਟੀਫਿਕੇਟ ਦੇ ਰਹੀ ਹੈ, ਉਹ ਵੀ ਗਲਤ ਹੈ, ਉਹ ਵੀ ਗਲਤ ਹੈ, ਮੈਂ ਇਕੱਲਾ ਸਹੀ ਹਾਂ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸਹੀ। ਗੁਰੂ ਬਖਸ਼ਿਸ਼ ਕਰੇ ਅਸੀਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
जिन्हां दी मिठी अते प्यारी याद भी, जिन्हां दे प्यारे उपदेश, उन्हां दीयां सिक्ख्यावां जिहड़े सानूं एडा वड्डा खजाना बाणी दा दे के गए ने। प्यारिओ, गुरु नानक साहब जी ने अपने जीवन काल दे विच जदों प्रचार दौरे कीते, बाणी उचारण कीती, एडा वड्डा खजाना, इदां ही वो खजाना बाबा लैणा जी नूं सौंप के फिर ज्योति जोत समाउंदे ने। जो असी गुरु नानक साहब जी का इतिहास पढ़ते हैं, भाई सत्ता बलवंत जी की जो असी वार पढ़ते हैं, तो भाई सत्ता बलवंत जी बहुत प्यारे तरीके नाल लिखते हैं, नाउ करता कादर करे क्यों बोल होवे जो खींवदे दे गुणा, 7 भैन भराव हैं दुनिया के लोगों, जेड़े दैवी गुणा नूं दुनिया तरसदी आ, वो दैवी गुण गुरु नानक साहब दे सके भैन भराव दे गुणा 7 भैन भराव हैं, पारंगत दान पड़ीवंदे, नानक राज चलाया सच कोड़ स्थानी नीम दे, लहने धरे उन छत सिर, लहने दे सिर ते छतर चलाता, कर सिफती अमृत पीन दे, मत गुर आत्मदेव दी खड़ग जोर प्राको जी दे, गुर चेले रह रास की। गुरु नानक साहब दियां प्रकरमा सारे करते आ, गुरु नानक साहब दे अगे सारे सिर झुकाउंदे आ, पर अज गुरु नानक साहब जी गुरु ने चेले रह रास की, नानक सलामत थीम दे, शह टिक्का दितोस जीवन दे। अज गुरु नानक साहब बाबे लहने दियां प्रकरमा करके बाणी दी पोथी रख के अज उन्होंने गाड़ी सजदा कर रहा करतारपुर साहब की धरती ते। बाबा लहणा जी जिन्हां दा जेड़े पहले जिन्हां दा जन्म स्थान मत्ते दी सरां नांगे दी सरां जिन्हों असीं करके याद करते हैं, वो करतारपुर साहब की धरती ते गुरु नानक साहब को जाते हैं 1532 ईस्वी 39 ईस्वी तक 7 सालां बाबा लहणा जी नहीं रहे। वो गुरु नानक साहब जी के कोल रह के एक शख्सियत घड़ी गई, सुरत मत बुद्ध घड़ के अज बाबा लहणा जी गुरु अंगद साहब का रूप बन गया। तो सारिया ने आस लाई आ कि गुरु नानक साहब अपनी जिम्मेवारी अपने पुत्रां नूं दे के जाणगे। इस नूं लिखिया हो रहे हो गंग वहाइया, गंगा ही उल्टी वहाती, यानी कि उल्टी गंगा वहाउण दा अर्थ भी दुनिया कुछ होर सोच के बैठी सी ते गुरु साहब ने कुछ होर करता। दुनिया सोच के बैठी सी गुरु नानक साहब अपने साहबजादे नूं गद्दी देणगे, पर गल की होगी हो रहे हो गंग वहाइया, दुनियाई आखे कि क्यों ना, दुनियावी आखदी है की हो गया, नानक ईश्वर जगन्नाथ उच्च हद्दी का अर्थ हद तो उच्ची। तुसीं हुण कंध नूं हत्थ पा के तां चढ़ो, इहदा मतलब कंध तुहाडी हद च है, ਜਦੋਂ तक ਤਾਂ हत्थ ना पहुंचे ਇਹਨੂੰ ਕਹਿੰਦੇ ਨੇ हद तो उच्ची। ਹੁਣ ਤੁਹਾਡਾ ਕਿਸੇ ਚੀਜ਼ ਨੂੰ ਹੱਥ ਪੈ ਜੇ ਇਹਦਾ ਮਤਲਬ ਤੁਹਾਡੀ ਇਹ ਚੀਜ਼ ਹੱਦ 'ਚ ਹੈ, ਇਸ ਤੋਂ ਤੁਹਾਡਾ ਹੱਥ ਪੈਂਦਾ ਹੈ, ਤੇ ਕੋਈ ਦੀਵਾਰ ਐਡੀ ਉੱਚੀ ਹੋਵੇ ਵੀ ਤੁਹਾਡਾ ਹੱਥ ਉੱਥੋਂ ਤੱਕ ਨਾ ਜਾਵੇ, ਇਹਨੂੰ ਕਹਿੰਦੇ ਹੱਦ ਤੋਂ ਉੱਚੀ। ਗੁਰੂ ਨਾਨਕ ਸਾਹਿਬ ਜੀ ਨੇ ਹੱਦ ਤੋਂ ਵੀ ਉੱਚੀ ਗੱਲ ਕਰਕੇ ਵਿਖਾਤੀ, ਜਿੱਥੋਂ ਤੱਕ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਕਿ ਬਾਬਾ ਲਹਿਣਾ ਜੀ ਵਰਗੀ ਸ਼ਖਸੀਅਤ ਗੁਰੂ ਨਾਨਕ ਸਾਹਿਬ ਜੀ ਦੀ ਜਗ੍ਹਾ ਤੇ ਬੈਠ ਕੇ ਪਾਰ ਉਤਾਰਾ ਕਰੇਗੀ। ਤੇ ਉਹ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ ਤੇ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਫਿਰ ਇੱਕ विद्या की विचार दी, बच्चों तो एजुकेशन शुरू की। ये नींह जी गुरु नानक साहब जी नानक राज चलाया सच कोड़ स्थानी नींव जेड़ा नींह सच की धरी सी, एडी वड्डी इमारत सिरजी गई, बाणी का खजाना बख्शिश किया गया। इसे नूं अल्लाह जारखा जोगी अगे जाके लिखते हैं ना, जो साहबजादे शहादत का जाम पींदे आ, वो कहता सिक्खी की नींव हम है, सरों पे उठा चले, गुरियाई का किस्सा जहाँ में बना चले। वो साहबजादे सच की विचार के उत्तों कुर्बान होंदियां उस महल नूं पक्कियां कीता। आओ अपने घरां दी राखी खुद करिए, अपने पुत्रां नूं, अपनियां धीआं नूं, अपने बच्चियां नूं गुरबाणी दे लड़ लाइए, अपने घरां च सहज पाठ करिए, नशियां तो रहत होकर सोहणे समाज की सिरजना करने की कोशिश करिए। तां ही प्यारे साडे दिन मनाए सफल ने, तां ही साडा गुरुद्वारे आया सफल है, तां ही साडे प्रशादे बनाए सफल ने, तां ही साडे लंगर वरताए सफल ने, तां ही साडीआं सेवावां कीतियां सफल ने। गुरु बख्शिश करे साडे घरां च गुरमत दा प्रकाश होवे, मनमत असीं अपने घरां च हूंज के इदां कढ दईए जिवें झाड़ू नाल बौकर नाल अपने घर की गंदगी हूंज के बाहर करी दीए। आओ गुरु बख्शिश करे साडे पुत्र धीआं, साडे बच्चे बच्चियां गुरमत दी विचार अनुसार अपना जीवन जीव सकण। ये सानू अपने परिवारां दे विच इहो जिहा माहौल सिरजण दी लोड़ है। प्यारिओ कोशिश करो अपने घरां च बाणी आप पढ़ो, बाणी दी विचार करो, गुरु के उपदेश नाल अपनी जिंदगी नूं जीउण दा आपां यतन करिए। ये सानू कारज अपने घरां च आरंभ करन दी लोड़ है। सारिਆਂ ਦਾ ਧੰਨਵਾਦ। इतों की समुची प्रबंधक कमेटी, सत्कारयोग भाई साहब, समूह नगर निवासी जो तुसां बड़ा योग उपराला कीता है। अज दा ये गुरमत समागम अपने नगर विखे उलीकिया है तो आपां रल मिल के गुरमत गुरु शब्द दीआं विचारां दी सांझ पाई है। प्यारिओ हथ जोड़ के बेनती है, जिहड़ा अंदोलन शुरू होया है इहदे विच किसानी दे इस मुद्दे दी साझा जाणदिआं होइआं आपां नूं सारिआं नूं अपना बनदा योगदान पाउणा चाहिए।
क्योंकि जे हुण ना जागे फिर पीढ़ियां याद करनगियां, पुछणगियां भी भाई अपने पिंड चों अपने परिवार चों किन्ने जी गए सी इस अंदोलन च, पुछणगे जरूर। इतिहास लिखिया जाएगा जो साडे नाल धोखे हो गए, मगरों पछताउण दा कोई फायदा नहीं। विदेशों च बैठे भरा पुछ रहे आ, पर लगे होंदे ना सानूं असीं उड़ के आ जांदे। ते कईयां दे कोल सब कुछ इत्थे होण तो बावजूद भी कईयां ने यतन नहीं कीता। उन्हां पिंडां दा धन्नवाद, उन्हां शहरां दा धन्नवाद, उन्हां परिवारां दा धन्नवाद जिन्हां ने इदां दिल खोल के इस अंदोलन का अंदरों साथ दिता है। वेखो लीडर विक जाते हैं पर पब्लिक का जोड़ा जोश है, वह जोड़ा ईमानदारी है, उन्होंने गाड़ी सिर चुकता है। ये अरदास होंदी है भी मालका कोई लीडर विक ना जाए। नहीं तो कई बार ऐसा होंदा जो लहरां उठदियां ने, लहरां अखीर तक चलियां जांदियां ने, पर अंदर जाके कई बार लीडर समझौते कर लेंदे ने। गुरु बख्शिश यो अरदास आ कि इस अंदोलन दे विच अजे तक तो बहुत सोहणे तरीके नाल निभ रिहा, कल दा आपां नूं पता नहीं है। अजे तक तो ठीक है कि नौजवानों का जोश एक कलंक पंजाब के मत्थे ते जो लगा सी इस अंदोलन ने लाया है। पता केड़ा कि पंजाब सिर्फ नशेड़ी रह गए ने, पंजाब चिट्टा पीण वाले रह गए ने, नहीं। ये अंदोलन ने दस दिता हरियाणे शंभू बार्डर तो लैके दिल्ली तक उन्होंने एडे एडे वड्डे बैरीयर लाए सी, 12-12 10-10 फुट के खड्डे पट्टे सी। वो कंडियाली तार जी बार्डर से लाई जाती वो भी लाई, कंटेनर भर के अगे रख दिते, पत्थर रख दिते। उन्होंने करेना नाल रखे सी। उन्होंने मन च इन्हां कोलों किहड़ा कोई साधन हैगा किदां चुकणगे। साडे नौजवानों ने कंटेनर ही धू के छोट तो परां करते, पत्थर रेड़ रेड़ के परां करते, ते जिहड़े खड्डे सी बड़े बड़े उदां ही पूर ते कईयां बेलचियां दे नाल ही जिहड़े उन्होंने JCB मशीनां ना पट्टे ते इन्हां नौजवानों ने हत्थां नाल पूरते। इहनूं कहंदे जोश, इहनूं कहंदे जज्बा। अरदास है भी ये जज्बा जोश सरकारां चुनण वेले भी साडे विच होवे तां कि असीं आउण वाले समय सुलझे होए लीडर चुन सकीए, ताकि साडी कौम की अगवाई कर सकन। असीं मान ना कह सकीए असीं कलगीधर पातशाह जी के साहिबजादे बन के जीवन जीवना है। सारिਆਂ ਦਾ ਧੰਨਵਾਦ। ਜਿਹੜੀ किसानी का मुੱਢ गुरु नानक साहब करतारपुर साहब की धरती तो बंद आ, ये वो किसानी आ प्यारिओ, ये किसानी आ। बाहर दियां नूं दर्द पता क्यों है? क्योंकि ये बिल बाहरलियां कंट्रियां 'च पहलां पास हो चुके आ। उत्थे ये प्राइवेट मंडियां पहलां हैगियां ने, उन्होंने पता भी किसानी का जो उत्थे हालात वा, इस करके वो चाहते इत्थे व्यापारी करन, इत्थे मंडी बोर्ड खत्म ना होवे, इत्थे सरकारी मंडियां खत्म ना होण, नहीं तो व्यापारी साडा जलूस कढ़ के रख देणगे। एक बारी छोटा जमींदार खत्म कर देणगे जे असीं हुण ना जागे तां। आओ जागीए। अखीर ते एक बचन कहांगा, जदों हरी क्रांति आई सी, ਜਦੋਂ 1960 ਤੋਂ 65 ਦੇ ਦਰਮਿਆਨ ਲਾਲ ਬਹਾਦਰ ਸ਼ਾਸਤਰੀ ਵਰਗੇ ਲੈ ਕੇ ਆਏ, ਕਿਉਂਕਿ ਸਭ ਤੋਂ ਵੱਧ ਅਨਾਜ ਪੰਜਾਬ ਪੈਦਾ ਕਰਦਾ, ਦੂਜੇ ਨੰਬਰ ਤੇ ਹਰਿਆਣਾ, ਤੀਜੇ ਨੰਬਰ ਤੇ ਯੂਪੀ। ਤੇ ਅਗਲਿਆਂ ਨੂੰ ਪਤਾ ਸੀ ਪੂਰਾ ਭਾਰਤ ਦੇਸ਼ ਅਗਲੇ ਜਿਹੜਾ ਸੀ ਅਨਾਜ ਇਹਨਾਂ ਹੈ ਨਹੀਂ ਸੀ। ਉਹ ਹਰੀ ਕ੍ਰਾਂਤੀ ਵੀ ਇੱਥੇ ਹਾਈਬ੍ਰਿਡ ਬੀਜ ਲੈ ਕੇ ਆਏ, ਜਿਹੜਾ ਕਣਕ ਵੀ ਜ਼ਿਆਦਾ ਹੋਵੇ, ਮੱਕੀ ਵੀ ਜ਼ਿਆਦਾ ਹੋਵੇ, ਉਹ ਹੋਈ ਜ਼ਿਆਦਾ। ਪੂਰੇ ਪੰਜਾਬ ਪੂਰੇ ਭਾਰਤ ਦੇਸ਼ ਦੇ ਘਰ ਭਰਿਆ ਇਸ ਪੰਜਾਬ ਨੇ। ਤੇ ਉਸ ਲਾਲਚ ਵਿੱਚ ਆਪਾਂ ਜ਼ਮੀਨਾਂ ਨੂੰ ਨਸ਼ੇੜੀ ਵੀ ਬਣਾਇਆ, दवाइयां भी स्प्रे कीतियां, नदीन नाशक कीटनाशक, तो वह असर की होया, फसलां ज़्यादियां ले लियां, जमीनां नशेड़ी कर लियां। अज अगले फसलां चुकण नूं तैयार नहीं। इदां ही साडी पीढ़ी नूं अगले नशेड़ी भी बना रहे आ। आपां जागीए, पहलां जमीनां नशेड़ी बनाईयां, फिर साडी नौजवान पीढ़ी वाले बन्ने तुर पए। अज सानूं सचेत होण दी लोड़ है। जिन्ना अनाज हरी क्रांति तो पहलां साडीआं जमीनां पैदा करदियां सी, साडिआं परिवारां दा वधिया गुजारा हुंदा सी, पर अगलिआं लालच दित्ता। हरी क्रांति के नाम हाईब्रिड बी आए, तो उस बी के नाल फसलां ते ज़्यादा होईयां, पर साडा किते ना किते नुकसान भी जरूर होया। तो समझण दी लोड़ है। आओ जागीए, पढ़िए, हिस्टरी पढ़ो, अपनी कौम की किताबां पढ़ो, तो गुरबाणी आप पढ़न की कोशिश करो, तां ही साडे दिन मनाए सफल ने। सारिਆਂ ਦਾ ਧੰਨਵਾਦ। नशियां तो रहत होके गुरु की बाणी पढ़ के सोहने समाज की सिरजना करने का यतन करिए। इन्ने के बचन प्रवान करियो जी। अदब सत्कार नाल फतेह बुलाओ, बहुत प्यार नाल आखो साध संगत जी। वाहिगुरू जी का खालसा, वाहिगुरू जी की फतेह।